ਜੇ ਪੰਜਾਬ ਚੋਣਾਂ ਦੀ ਅਸੀਂ ਗੱਲ ਕਰੀਏ ਜੀ ਜਿਹੜੇ ਮੁੱਦੇ ਹੋਣੇ ਚਾਹੀਦੇ ਨੇ ਉਹ ਕਿਤੇ ਗਵਾਚ ਗਏ। ਸਰਕਾਰੀ ਅਦਾਰਿਆਂ ਨੂੰ, ਸਰਕਾਰੀ ਇਮਾਰਤਾਂ ਨੂੰ, ਸਰਕਾਰੀ ਪ੍ਰਾਪਰਟੀਆਂ ਨੂੰ ਗਿਰਵੀ ਰੱਖ ਕੇ ਅਸੀਂ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਚੋਣ ਵਾਅਦੇ ਤੇ ਕਿਤੇ ਪਿੱਛੇ ਰਹਿ ਗਏ ਨੇ। ਬਿਲਕੁਲ ਇਹ ਨਵੀਂ ਗੇਮ ਚੱਲ ਪਈ ਹੈ ਕਿ ਆ 3-4 ਮਹੀਨੇ ਜਿਹੜੇ ਨੇ ਇਹ ਕਿਵੇਂ ਟਾਈਮ ਪਾਸ ਕਰਨਾ ਹੈ। ਚੋਣ ਵਾਅਦੇ ਤੇ ਕਿਤੇ ਪਿੱਛੇ ਰਹਿ ਗਏ ਨੇ। ਬਿਲਕੁਲ ਇਹ ਨਵੀਂ ਗੇਮ ਚੱਲ ਪਈ ਹੈ ਕਿ ਆ 3-4 ਮਹੀਨੇ ਜਿਹੜੇ ਨੇ ਇਹ ਕਿਵੇਂ ਟਾਈਮ ਪਾਸ ਕਰਨਾ ਹੈ। ਪਟਿਆਲੇ ਦੇ ਵਿੱਚ ਉਹ ਬਿਲੋਂਗ ਕਰਦੇ ਨੇ, ਪਰ ਉਹਨਾਂ ਦਾ ਇੱਕ ਨਵਜੋਤ ਸਿੰਘ ਸਿੱਧੂ ਦੀ ਚੜ੍ਹਤ ਹੈ, ਜਿਸ ਤਰ੍ਹਾਂ ਉਹ ਰਾਈਜ਼ ਹੋਏ ਨੇ ਆਪਣੇ ਸਿਰ ਖੁਦ ਹੋ ਕੇ, ਕਿਸੇ ਦੇ ਮੋਢਿਆਂ ਤੇ ਬੈਠ ਕੇ ਨਹੀਂ ਚੜ੍ਹੇ ਹੋ। ਬਿਲਕੁਲ ਇਹ ਗੱਲ ਪੱਕੀ ਹੈ। ਬੀਜੇਪੀ ਨੇ ਉਹਨਾਂ ਦੇ ਇਮੇਜ ਦਾ ਫਾਇਦਾ ਲਿਆ, ਨਾ ਕਿ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਤੇ ਕਮਲ ਦੇ ਫੁੱਲ ਦਾ ਫਾਇਦਾ ਲਿਆ। ਇਸੇ ਤਰ੍ਹਾਂ ਡੀਜੀਪੀ ਦੀ ਨਿਯੁਕਤੀ ਹੈ, ਬਿਲਕੁਲ ਦਾਗੀ ਮੰਤਰੀਆਂ ਨੂੰ ਵਿੱਚ ਸ਼ਾਮਲ ਕਰਨ ਦਾ ਮੁੱਦਾ ਹੈ। ਬਿਲਕੁਲ ਕਈ ਸਲਾਹਕਾਰ ਇਹੋ ਜਿਹਾ ਵਿੱਚ ਵਾੜ ਲੈ ਜੀ ਤੇ ਫਰਕ ਫਿਰ ਕੀ ਰਹਿ ਗਿਆ? ਬਿਲਕੁਲ ਫਿਰ ਜਵਾਬ ਲੋਕਾਂ ਨੂੰ ਕਿਵੇਂ ਦੇਣਾ? ਨਾ ਝੰਗ ਛੁੱਟਿਆ, ਨਾ ਕੰਨ ਪਾਟੇ, ਝੁੰਡ ਲੰਘ ਗਿਆ ਜਹੀਰਾਂ ਦਾ। ਬਿਲਕੁਲ ਨਾ ਪ੍ਰਧਾਨਗੀ ਦੀ ਕੁਰਸੀ ਤੇ ਨਾ ਮੁੱਖ ਮੰਤਰੀ ਦੀ ਕੁਰਸੀ। ਇਹ ਕਿਸੇ ਦੀ ਕਾਰਜਸ਼ੈਲੀ ਤੇ ਸ਼ੱਕ ਨਹੀਂ ਕਰਨਾ। ਇਦਾਂ ਦੀ ਤੇ ਅਥਾਰਟੀ ਪੰਜਾਬ ਇੰਡੀਆ ਦੇ ਭਾਰਤ ਦੇ ਰਾਸ਼ਟਰਪਤੀ ਦੀ ਵੀ ਨਹੀਂ ਹੈ। ਬਿਲਕੁਲ ਚੀਫ ਆਫ ਦੀ ਆਰਮੀ ਸਟਾਫ ਦੀ ਵੀ ਸ਼ਾਇਦ ਨਾ ਹੋਵੇ। ਜੀ ਅਮਰੀਕਾ ਦੇ ਰਾਸ਼ਟਰਪਤੀ ਦੀ ਵੀ ਨਹੀਂ ਹੈ। ਜਦੋਂ ਕਿਸੇ ਦੀ ਕਾਰਜਕੁਸ਼ਲਤਾ ਤੇ ਕਾਰਜਸ਼ੈਲੀ ਤੇ ਉਹਦੇ ਤੌਰ ਤਰੀਕਿਆਂ ਤੇ ਸ਼ੱਕ ਹੋਣਾ ਹੈ ਜੀ ਤੇ ਫਿਰ ਵਿਅਕਤੀਆਂ ਨੇ ਸ਼ੱਕ ਕਰਨਾ ਤੇ ਉਸ ਨੂੰ ਸ਼ੱਕ ਨੂੰ ਕਲੀਅਰ ਕਰਨਾ ਫਰਜ਼ ਤੇ ਫਿਰ ਉਸ ਅਹੁਦੇ ਵਾਲੇ ਦਾ ਹੁੰਦਾ ਹੈ। ਜੇ ਰਿਕਾਰਡ ਫੋਲ ਕੇ ਦੇਖ ਲਿਆ ਜਾਵੇ, ਜਿੰਨੀ ਦੇਰ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਬਣਿਆ ਨੂੰ ਹੋਈ ਹੈ, ਇਸ ਸਮੇਂ ਦੇ ਵਿੱਚ ਅਮਿਤ ਸ਼ਾਹ ਨਾਲ ਜਿੰਨੀਆਂ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ, ਉਹਨਾਂ ਵਿੱਚ 15 ਮਿੰਟ ਤੋਂ ਵੱਧ ਸਮਾਂ ਕਿਤੇ ਹੀ ਮਿਲਿਆ ਉਹਨਾਂ ਨੂੰ। ਉਸ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ 150 ਕਰੋੜ ਦੇ ਵਿੱਚੋਂ 110 ਕਰੋੜ ਜਿਹੜਾ ਸੀ ਉਹ ਹੋਰ ਕੰਮਾਂ ਲਈ ਖਰਚ ਦਿੱਤਾ ਗਿਆ। ਕਿਸਾਨਾਂ ਤੱਕ ਸਿਰਫ 40 ਕਰੋੜ ਪਹੁੰਚਿਆ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਚਰਚਾ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਪੰਜਾਬ ਦੀ ਰਾਜਨੀਤੀ ਇਸ ਵੇਲੇ ਪੂਰੀ ਤਰ੍ਹਾਂ ਭਖੀ ਹੋਈ ਹੈ। ਭਾਵੇਂ ਨਵਜੋਤ ਸਿੰਘ ਸਿੱਧੂ ਹੋਵੇ, ਸੁਨੀਲ ਜਾਖੜ ਹੋਵੇ ਜਾਂ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ, ਹਰ ਕੋਈ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਨੇ। ਇਹਨਾਂ ਸਾਰੇ ਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਜੀ ਸਰ, ਜੇ ਅਸੀਂ ਗੱਲ ਕਰ ਲਈਏ ਪੰਜਾਬ ਦੀ ਰਾਜਨੀਤੀ ਦੀ, ਬਹੁਤ ਕੁਝ ਵਾਪਰ ਰਿਹਾ ਪੰਜਾਬ ਦੀ ਰਾਜਨੀਤੀ ਵਿੱਚ। ਪੰਜਾਬ ਦੇ ਵਿੱਚ 2022 ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਉਹ ਜਿਹੜੇ ਡੱਡੂ ਛੜੱਪੇ ਹੁੰਦੇ ਆ ਉਹ ਤਾਂ ਹੋਣੇ ਹੀ ਹੋਣੇ ਆ, ਪਰ ਪਾਰਟੀਆਂ ਦੇ ਅੰਦਰ ਵੀ ਕਾਫੀ ਸਾਰਾ ਕਾਟੋ ਕਲੇਸ਼ ਪਿਆ ਹੋਇਆ ਹੈ। ਤੁਹਾਨੂੰ ਕੀ ਲੱਗਦਾ ਹੈ ਕਿ 2022 ਤੱਕ ਕੀ ਹੋਣ ਜਾ ਰਿਹਾ ਹੈ, ਕੀ ਵਾਪਰਨ ਜਾ ਰਿਹਾ? ਦੇਖੋ, ਗੱਲ ਇਹ ਹੈ ਜੀ ਕਿ ਪਾਰਟੀਆਂ ਦਾ ਜਿਹੜਾ ਕਾਟੋ ਕਲੇਸ਼ ਹੈ ਜੀ ਤੇ ਚੋਣਾਂ ਦੇ ਮੁੱਦੇ ਜੀ ਇਹ ਬਰਾਬਰ ਚੱਲਦੇ ਰਹਿਣੇ ਆ। ਬਿਲਕੁਲ। ਪਰ ਜਿਸ ਤਰ੍ਹਾਂ ਦੀ ਲੜਾਈ ਕਾਂਗਰਸ ਨੇ ਪਾਈ ਹੈ ਜੀ ਇਹ ਹੋਰ ਕਿਸੇ ਪਾਰਟੀ ਵਿੱਚ ਅਜੇ ਨਹੀਂ। ਬਿਲਕੁਲ। ਅਕਾਲੀ ਦਲ ਵਿੱਚ ਹੋਰ ਤਰ੍ਹਾਂ ਦੀ ਕਸ਼ਮਕਸ਼ ਹੈ। ਆਮ ਆਦਮੀ ਪਾਰਟੀ 'ਚ ਇੱਕ ਦੋ ਮੁੱਦੇ ਨੇ, ਬਿਲਕੁਲ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੋ ਸਕਦਾ ਹੈ। ਬਿਲਕੁਲ। ਭਾਜਪਾ ਦੀ ਆਪਣੀ ਸਮੱਸਿਆ ਹੈ ਤੇ ਕਾਂਗਰਸ ਦੀਆਂ ਸਮੱਸਿਆਵਾਂ ਦਾ ਤੇ ਹੱਲ ਹੀ ਕੋਈ ਨਹੀਂ ਲੱਭਦਾ। ਬਿਲਕੁਲ ਸਰ, ਤੁਹਾਨੂੰ ਕੀ ਲੱਗਦਾ ਕਿਹੜੇ ਮੁੱਦੇ ਉੱਭਰ ਗਏ ਨੇ ਤੇ ਕਿਹੜੇ ਗੁੰਮ ਹੋ ਗਏ ਨੇ ਇਸ ਵੇਲੇ? ਜੇ ਪੰਜਾਬ ਚੋਣਾਂ ਦੀ ਅਸੀਂ ਗੱਲ ਕਰੀਏ, ਜੀ ਜਿਹੜੇ ਮੁੱਦੇ ਹੋਣੇ ਚਾਹੀਦੇ ਨੇ ਉਹ ਕਿਤੇ ਗਵਾਚ ਗਏ ਨੇ। ਬਿਲਕੁਲ। ਉਹ ਕਿਹੜੇ ਨੇ? ਕਿੰਨਿਆਂ ਨੂੰ ਪਤਾ ਹੈ ਕਿ ਸਾਡੀ ਆਮਦਨੀ ਜਿਹੜੀ ਹੈ ਉਹ 88,000 ਕਰੋੜ ਹੈ ਤੇ ਸਾਡਾ ਖਰਚਾ 1,55,000 ਕਰੋੜ ਦੇ ਲੱਗੇ ਹੈ। ਸਾਡਾ ਕਰਜ਼ਾ ਕਿਤੇ ਦਾ ਕਿਤੇ ਪਹੁੰਚ ਗਿਆ ਹੈ। ਜੀ ਕਿੰਨੇ ਸਾਲ ਵੀ ਅਸੀਂ ਲਾਉਂਦੇ ਰਹੀਏ, ਕੋਸ਼ਿਸ਼ਾਂ ਕਰਦੇ ਰਹੀਏ ਜੀ ਤੇ ਕਰਜ਼ਾ ਲੱਥਣ ਵਾਲਾ ਨਹੀਂ। ਜੀ ਸਰਕਾਰੀ ਅਦਾਰਿਆਂ ਨੂੰ, ਸਰਕਾਰੀ ਇਮਾਰਤਾਂ ਨੂੰ, ਸਰਕਾਰੀ ਪ੍ਰਾਪਰਟੀਆਂ ਨੂੰ ਗਿਰਵੀ ਰੱਖ ਕੇ ਅਸੀਂ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ। ਇੱਕ ਸਾਡਾ ਦਿਹਾਤੀ ਵਿਕਾਸ ਫੰਡ ਕੇਂਦਰ ਸਰਕਾਰ ਨੇ ਰੋਕ ਲਿਆ ਜੀ ਤੇ ਸਾਨੂੰ ਸੁਝਦਾ ਕੁਝ ਨਹੀਂ ਸੀ ਕਿ ਦਿਹਾਤੀ ਵਿਕਾਸ ਫੰਡ ਨਹੀਂ ਆਇਆ ਤੇ ਸਾਡਾ ਬਣੇਗਾ ਕੀ। ਉਹ ਹੁਣ ਪਿੱਛੇ ਜਾ ਆਇਆ ਤੇ ਕੁਝ ਸੁੱਖ ਦਾ ਸਾਹ ਜਿਹੜਾ ਹੈ ਪੰਜਾਬ ਸਰਕਾਰ ਨੂੰ ਮਿਲਿਆ। ਜੀ ਸੜਕਾਂ ਦੇ ਪੈਸੇ ਆਉਣ ਲੱਗੇ ਨੇ। ਬਿਲਕੁਲ। ਇਸ ਤਰ੍ਹਾਂ ਦੇ ਬਹੁਤ ਸਾਰੇ ਬਿੰਦੂ ਹੋ ਸਕਦੇ ਨੇ ਜਿਨ੍ਹਾਂ ਦੇ ਮੁੱਦਿਆਂ ਦੇ ਬਾਰੇ ਮੈਂ ਤੁਹਾਨੂੰ ਦੱਸਿਆ। ਜੀ ਇਹ ਇੱਕ ਵੱਡਾ ਮੁੱਦਾ
ਜੀ ਪਰ ਜਿਹੜੇ ਧਰਾਤਲ ਤੇ ਆਮ ਵਿਅਕਤੀ ਨੂੰ ਕਿਸੇ ਨੂੰ ਨਜ਼ਰ ਆ ਰਹੇ ਨੇ ਜੀ ਉਹ ਤੇ ਸਾਰਿਆਂ ਨੂੰ ਪਤਾ ਹੈ ਕਿ ਨਸ਼ਿਆਂ ਦਾ ਹੈ, ਮਾਫੀਆ ਰਾਜ ਦਾ ਹੈ, ਜਿਸ ਵਿੱਚ ਟਰਾਂਸਪੋਰਟ ਵੀ ਹੈ, ਰੇਤ ਵੀ ਹੈ, ਸਾਰਾ ਕੁਝ ਆਉਂਦਾ ਹੈ, ਬੇਰੁਜ਼ਗਾਰੀ ਹੈ, ਬਿਲਕੁਲ ਕੇਬਲ ਮਾਫੀਆ ਹੈ। ਇਹਨਾਂ ਸਾਰਿਆਂ ਤੇ ਨੱਥ ਪਾਉਣ ਲਈ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਹੋਏ ਸੀ ਉਸ ਵਿੱਚ ਕਿੰਨੀ ਕੁ ਪਹਿਲ ਕਦਮੀ ਤੇ ਪੇਸ਼ਕਦਮੀ ਹੋਈ ਹੈ ਸਾਨੂੰ ਪਤਾ ਹੀ ਨਹੀਂ। ਜੀ ਸਰਕਾਰ ਤੇ ਇਹ ਕਹਿ ਸਕਦੀ ਦੇਖੋ ਜੀ ਅਸੀਂ ਇੰਨੇ ਬੰਦੇ ਫੜ ਲਏ, ਉਹ ਫੜ ਕੇ ਉਹਨਾਂ ਨੂੰ ਕੀ ਤਰੀਕੇ ਨਾਲ ਹੱਥ ਪਾਇਆ ਗਿਆ, ਕੀ ਕੋਈ ਠੋਸ ਨੀਤੀ ਅਪਣਾਈ ਗਈ, ਜੀ ਉਸ ਦਾ ਕੋਈ ਜਵਾਬ ਨਹੀਂ ਹੈ। ਜੀ ਸਰਕਾਰ ਨੇ ਸਿਰਫ ਦਿਖਾਵੇ ਵਾਸਤੇ ਇਹਨਾਂ 4.5 ਸਾਲਾਂ ਦੇ ਵਿੱਚ ਕੁਝ ਇੱਕ ਕਦਮ ਪੁੱਟੇ ਤੇ ਕੁਝ ਵਾਪਸ ਖਿੱਚ ਲਏ ਤੇ ਕਈਆਂ ਮੁੱਦਿਆਂ ਨੂੰ ਤੇ ਛੇੜਿਆ ਤੱਕ ਨਹੀਂ, ਜਿਨ੍ਹਾਂ ਵਿੱਚ ਟਰਾਂਸਪੋਰਟ ਮਾਫੀਆ, ਕੇਬਲ ਤੇ ਰੇਤ ਦੀ ਗੱਲ ਹੈ। ਜੀ ਕੁਝ ਵੀ ਨਹੀਂ ਕੀਤਾ। ਜੀ ਜਿਸ ਤਰ੍ਹਾਂ ਦੇ ਇਲਜ਼ਾਮ ਪਿਛਲੀਆਂ ਸਰਕਾਰਾਂ ਤੇ ਇਸ ਮੁੱਦੇ ਤੇ ਲੱਗਦੇ ਰਹੇ ਨੇ ਉਸ ਤੋਂ ਜ਼ਿਆਦਾ ਇਲਜ਼ਾਮ ਇਸ ਸਰਕਾਰ ਤੇ ਲੱਗੇ ਨੇ। ਜੀ ਕੋਵਿਡ ਦਾ ਦੌਰ ਆ ਗਿਆ, ਸੁੱਤੇ ਸਨ ਸਾਰੇ ਸਾਡੀਆਂ ਸਰਕਾਰਾਂ ਵਾਲੇ ਜੀ ਤੇ ਪਤਾ ਹੀ ਨਹੀਂ ਸੀ ਕਿ ਆਪਣੇ ਲੋਕਾਂ ਦੀ ਮਦਦ ਕਿਵੇਂ ਕਰਨੀ ਹੈ ਤੇ ਕਿਸ ਨੂੰ ਰੋਟੀ ਤੇ ਕਿਸ ਨੂੰ ਪਾਣੀ, ਕਿਸ ਨੂੰ ਖੁਰਾਕ ਚਾਹੀਦਾ, ਬਿਜਲੀ ਚਾਹੀਦੀ ਹੈ, ਥਰਮਲ ਪਲਾਂਟਾਂ ਲਈ ਕੋਲਾ ਕਿੱਥੋਂ ਆਉਣਾ ਹੈ ਬਿਲਕੁਲ ਤੇ ਦਵਾਈਆਂ ਕਿੱਥੋਂ ਆਉਣੀਆਂ ਨੇ ਤੇ ਆਕਸੀਜਨ ਕਿੱਥੋਂ ਆਉਣੀ ਹੈ। ਚਲੋ ਉਸ ਦੌਰ 'ਚੋਂ ਵੀ ਨਿਕਲੇ ਆ ਬੜੀ ਮੁਸ਼ਕਲ ਨਾਲ, ਜੀ ਪਰ ਉਸਨੇ ਆਰਥਿਕਤਾ ਨੂੰ ਹੋਰ ਹਿਲਾ ਕੇ ਰੱਖ ਦਿੱਤਾ। ਪਰ ਸਰਕਾਰ ਦੇ ਕੰਨਾਂ ਤੇ ਕੋਈ ਖਾਸ ਜੂੰ ਨਹੀਂ ਸਰਕੀ। ਆਮ ਲੋਕਾਂ ਨੂੰ ਤੇ ਖਾਲੀ ਖਜ਼ਾਨਾ ਖਾਲੀ, ਇਸ ਗੱਲ ਦਾ ਰੌਲਾ ਜਿਹੜਾ ਸੀ ਉਹ ਉਹਨਾਂ ਦੇ ਕੰਨਾਂ ਵਿੱਚ ਪੈਂਦਾ ਰਿਹਾ ਜੀ ਕਿ ਅਸੀਂ ਬੇਰੁਜ਼ਗਾਰ ਅਧਿਆਪਕ ਵੀ ਪੱਕੇ ਨਹੀਂ ਕਰਨੇ, ਕੱਚਿਆਂ ਨੂੰ ਪੱਕੇ ਨਹੀਂ ਕਰਨਾ, ਜਿਹੜੇ ਰੋਡ ਵਿੱਚ ਭਰਤੀ ਕੀਤੇ ਹੋਏ ਉਹ ਵੀ ਅਸੀਂ ਕੱਚੇ ਰਹਿਣ ਦੇਣੇ ਨੇ, ਠੇਕੇ ਤੇ ਭਰਤੀ ਕਰਨੇ ਨੇ। ਜਿਹੜੇ ਉਹਨਾਂ ਦੀ ਬਿਹਤਰ ਕੰਮ ਕਰਨ ਦੀ ਉਮਰ ਹੁੰਦੀ ਹੈ 22-24 ਸਾਲ ਤੋਂ ਲੈ ਕੇ 30-35 ਸਾਲ ਤੱਕ, ਉਹ ਜੂਸ ਕੱਢ ਲੈਣਾ ਤੇ ਫਿਰ ਉਹ ਜਾਣ ਜਿੱਥੇ ਮਰਜੀ। ਬਿਲਕੁਲ ਇਹ ਨੀਤੀ ਬਣਾਈ ਗਈ। ਚੰਗੀਆਂ ਨੌਕਰੀਆਂ ਖਤਮ ਹੋ ਗਈਆਂ, ਅਸਾਮੀਆਂ ਖਾਲੀ ਦੀਆਂ ਖਾਲੀ ਰਹਿ ਗਈਆਂ। ਜੀ ਫਿਰ ਚੋਣਾਂ ਆਉਂਦੀਆਂ ਨੇ ਤੇ ਫਿਰ ਕੁਝ ਮੁੱਦਿਆਂ ਦਾ ਚੇਤਾ ਆਉਂਦਾ। ਬਿਲਕੁਲ ਉਹ ਮੁੱਦੇ ਚੇਤੇ ਆਉਣ ਲੱਗੇ ਤੇ ਉਹਨਾਂ ਤੇ ਕੋਈ ਮਾੜੀ ਮੋਟੀ ਕਾਰਵਾਈ ਸ਼ੁਰੂ ਹੋਈ। ਜੀ ਇਹ ਵੀ ਗੱਲ ਉੱਠੀ ਕਿ ਭਾਈ ਨਿਖੇਧੀਆਂ ਤੇ ਬਹੁਤ ਹੁੰਦੀਆਂ ਸਰਕਾਰ ਦੀਆਂ, ਆਪਣੇ ਚੰਗੇ ਕੰਮ ਗਿਣਵਾਓ। ਤੇ ਅਸੀਂ ਰਾਹ ਖੇੜਿਆਂ ਦੇ ਵਿੱਚ, ਚੌਕਾਂ ਚੁਰਸਤਿਆਂ ਦੇ ਵਿੱਚ ਰਾਜਨੀਤੀ ਦੀ ਚਾਹਤ ਰੱਖਣ ਵਾਲੇ ਲੋਕਾਂ ਵੱਲੋਂ ਥੱਲੇ ਆਪਣੀਆਂ ਫੋਟੋਆਂ ਛੋਟੀਆਂ, ਬਿਲਕੁਲ ਉੱਪਰ ਵੱਡੀਆਂ ਕੇਂਦਰੀ ਆਗੂਆਂ ਦੀਆਂ ਫੋਟੋ, ਮਿਡਲ ਵਿੱਚ ਆਪਣੀਆਂ ਤੇ ਥੱਲੇ ਇੱਕ ਲਾਈਨ, ਹਰ ਚੌਂਕ ਚੁਰਾਹੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਬਿਲਕੁਲ ਹਰ ਹੋਰਡਿੰਗਸ ਲਗਾ ਦਿੱਤੇ ਗਏ, ਹਰ ਹੋਰਡਿੰਗ ਪਾਸੇ ਲਗਾ ਦਿੱਤੇ ਗਏ ਕਿ ਦੇਖੋ ਪੜੋ। ਕੌਣ ਦੇਖਦਾ ਹੈ? ਜਿਹਨੂੰ ਆਪਣੀ ਫੋਟੋ ਪਿਆਰੀ ਉਹੀ ਦੇਖਦਾ ਹੋਏਗਾ। ਨਹੀਂ, ਜਿਹੜਾ ਜਾਂਦਾ ਸੜਕ ਤੇ ਥੱਲੇ ਡਿੱਗ ਜਾਊਗਾ ਉਹ ਉੱਪਰ ਦੇਖੂਗਾ ਕਿ ਥੱਲੇ ਡਿੱਗੂਗਾ, ਥੱਲੇ ਦੇਖੂਗਾ। ਬਿਲਕੁਲ ਸੜਕਾਂ 'ਤੇ ਟੋਏ ਪਏ ਹੋਏ ਨੇ। ਬਿਲਕੁਲ ਇਹ ਹਾਲਾਤ ਬਣ ਗਏ। ਬੱਸਾਂ ਭਰ ਗਈਆਂ, ਬੱਸਾਂ ਦੇ ਸਾਈਡਾਂ ਤੇ ਪਿਛਲੇ ਪਾਸੇ ਪੰਜਾਬ ਸਰਕਾਰ ਦੀ ਗੁਣਗਾਨ ਕਰਦੇ ਜੀ ਇਸ਼ਤਿਹਾਰ ਤੁਸੀਂ ਆਮ ਵੇਖ ਸਕਦੇ ਸੋ। ਬਿਲਕੁਲ ਪੰਜਾਬ ਦੇ ਵਿੱਚੋਂ ਚੱਲਣ ਵਾਲੀਆਂ ਵੈਬਸਾਈਟਸ, ਪੰਜਾਬ ਦੇ ਵਿੱਚੋਂ ਨਿਕਲਣ ਵਾਲੀਆਂ ਅਖਬਾਰਾਂ, ਜੀ ਲੋਕ ਸੰਪਰਕ ਵਿਭਾਗ ਦੇ ਥਰੂ ਇਹਨਾਂ ਨੂੰ ਗੱਫੇ ਤੇ ਗੱਫੇ ਜਾਰੀ ਕਰ ਦਿੱਤੇ ਗਏ, ਜੀ ਸਿਰਫ ਸਰਕਾਰੀ ਪ੍ਰਾਪਤੀਆਂ ਗਿਣਾਉਣ ਲਈ। ਜੀ ਪਰ ਜੋ ਅੰਦਰ ਚੱਲ ਰਿਹਾ ਸੀ ਉਹ ਨਜ਼ਰ ਨਹੀਂ ਆਇਆ। ਹੁਣ ਲੋਕਾਂ ਨੂੰ ਚਾਹੀਦਾ ਕੀ ਹੈ? ਜੀ ਲੋਕਾਂ ਨੂੰ ਕੀ ਚਾਹੀਦਾ ਕਿ ਬਿਜਲੀ ਮੁਫਤ ਚਾਹੀਦੀ ਹੈ ਸਾਨੂੰ, ਜਾਂ ਸਾਨੂੰ 24 ਘੰਟੇ ਬਿਜਲੀ ਚਾਹੀਦੀ ਆ, ਜਾਇਜ਼ ਰੇਟ ਤੇ ਚਾਹੀਦੀ ਹੈ, ਸਾਡੀ ਲੁੱਟ ਖਸੁੱਟ ਨਾ ਹੋਵੇ। ਜਿਨ੍ਹਾਂ ਵਿਅਕਤੀਆਂ ਦੀ ਬਿਜਲੀ ਮੁਆਫੀ ਦਾ ਹੁਣ ਰੌਲਾ ਪੈ ਰਿਹਾ, ਕੋਈ ਕਹਿੰਦਾ 200 ਯੂਨਿਟ, ਕੋਈ ਕਹਿੰਦਾ 300, ਕੋਈ ਕਹਿੰਦਾ 400, ਕੋਈ ਕਹਿੰਦਾ ਕਨੈਕਸ਼ਨ ਜਿਨ੍ਹਾਂ ਦੇ ਕੱਟ ਹੋ ਗਏ ਸੀ ਉਹਨਾਂ ਨੂੰ ਬਿੱਲ ਦੇਣ ਦੀ ਲੋੜ ਨਹੀਂ, ਜੇ ਨਹੀਂ ਦਿੱਤੇ ਉਹਨਾਂ ਨੇ ਬਿੱਲ ਜਿਹੜੇ ਕੱਟੇ ਨੇ ਤਾਰਾਂ ਜੋੜ ਦਿਓ ਤੇ ਮੀਟਰ ਵੀ ਲਾ ਲਿਓ ਭਾਈ। ਉਹ ਲਾ ਕੇ ਫਿਰ ਕੀ ਕਰਨਾ ਹੈ? ਬਿਲਕੁਲ ਉਹਨਾਂ ਨੂੰ ਤੇ ਇਹ ਸੁਨੇਹਾ ਚਲਾ ਗਿਆ ਕਿ ਤੁਸੀਂ ਕਨੈਕਸ਼ਨ ਲੱਗਾ ਸੀ, ਤੁਹਾਡੇ ਕੱਟ ਹੋ ਗਿਆ, ਤੁਸੀਂ ਬਿੱਲ ਨਹੀਂ ਅਦਾ ਕੀਤਾ ਤੇ ਕੋਈ ਗੱਲ ਨਹੀਂ, ਵਰਤੋ ਇਸ ਨੂੰ। ਤੁਸੀਂ ਆਪਣੀ ਜ਼ਿੰਦਗੀ ਜਿਸ ਸ਼ਹਿਰ ਦੇ ਵਿੱਚ ਰਹਿੰਦੇ ਹੋ, ਜਿਸ ਪਿੰਡ ਵਿੱਚ ਰਹਿੰਦੇ ਹੋ, ਜੀ ਕੀ ਇੱਕ ਇਨਵਰਟਰ ਤੋਂ ਬਿਨਾਂ ਤੇ ਜਨਰੇਟਰ ਤੋਂ ਬਿਨਾਂ ਤੁਸੀਂ ਮੰਨ ਸਕਦੇ ਹੋ ਕਿ ਜ਼ਿੰਦਗੀ ਵੀ ਸੰਭਵ ਹੈ ਇੱਥੇ ਪੰਜਾਬ ਵਿੱਚ ਜਾਂ ਕਿਤੇ ਭਾਰਤ ਦੇ ਕਿਸੇ ਹਿੱਸੇ ਵਿੱਚ? ਬਿਲਕੁਲ ਨਹੀਂ ਹੈ। ਨਹੀਂ ਹੈ। ਹਰ ਘਰ ਦੇ ਵਿੱਚ ਇੱਕ ਇੱਕ, ਦੋ ਦੋ, ਤਿੰਨ ਤਿੰਨ ਇਸ ਤਰ੍ਹਾਂ ਦੀ ਬੈਕਅਪਸ ਰੱਖੀਆਂ ਹੋਈਆਂ ਨੇ। ਇਹ ਇੱਕ ਬਰਾਬਰ ਬਿਜ਼ਨਸ ਖੜਾ ਹੋ ਗਿਆ। ਜੀ ਪਰ ਸਪਲਾਈ ਨੂੰ ਨਿਰੰਤਰ, ਨਿਰਵਿਘਨ ਤੇ ਸਸਤੀ ਬਣਾਉਣ ਦੇ ਉਪਰਾਲੇ ਜਿਹੜੇ ਸੀ ਉਹ ਖੂਹ ਵਿੱਚ ਪੈ ਗਏ ਸਾਰੇ। ਬਿਲਕੁਲ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਚੱਲੀ, ਉਹ ਪੁਰਾਣੀ ਸਰਕਾਰ ਨੇ ਵੱਡੇ ਸਮਝੌਤੇ ਕਰ ਲਏ, ਅੱਜ ਰੱਦ ਹੁੰਦੇ, ਕੱਲ੍ਹ ਹੁੰਦੇ, ਪਰਸੋਂ ਹੁੰਦੇ, ਕੁਝ ਨਹੀਂ ਹੋਇਆ। ਹਾਲਤ ਉਹੀ ਹੈ। ਜਦੋਂ ਗਰਮੀਆਂ ਆਉਂਦੀਆਂ ਨੇ ਭਾਅ ਦੀ ਬਣ ਜਾਂਦੀ ਹੈ ਕਿ ਇੱਥੇ ਬਣਨਾ ਕੀ ਹੈ। ਬਿਲਕੁਲ ਮੀਂਹ ਪੈ ਜਾਂਦਾ ਤੇ ਸਰਕਾਰ ਦੀ ਜਾਨ ਸੁਖਾਲੀ ਹੋ ਜਾਂਦੀ ਹੈ, ਨਹੀਂ ਪੈਂਦਾ ਤੇ ਔਖੀ ਹੋ ਜਾਂਦੀ ਹੈ। ਬਿਲਕੁਲ ਪਰ ਸਾਨੂੰ ਮੁਫਤ ਬਿਜਲੀ ਦੇ ਝੂਟੇ ਜਿਹੜੇ ਨੇ, ਕਰੰਟ, ਉਹ ਸਾਨੂੰ ਲਾਇਆ ਜਾ ਰਿਹਾ। ਬਿਲਕੁਲ ਹੁਣ ਗਰੀਬ ਪਰਿਵਾਰਾਂ ਦੀ ਗੱਲ ਕਰ ਲਈਏ। ਜੀ ਇੱਕ ਪਾਸੇ ਇੱਕ ਗਰੀਬ ਪਰਿਵਾਰ ਹੈ, ਉਹਨੇ ਬਿੱਲ ਪੇ ਨਹੀਂ ਕੀਤਾ,
ਉਹਦਾ ਕਨੈਕਸ਼ਨ ਕੱਟ ਹੋ ਗਿਆ ਸੀ ਤੇ ਦੁਬਾਰਾ ਜੋੜ ਦਿੱਤਾ ਗਿਆ। ਜੀ ਦੂਸਰੇ ਪਾਸੇ ਉਸ ਗਰੀਬ ਪਰਿਵਾਰ ਤੋਂ ਥੋੜਾ ਜਿਹਾ ਗਰੀਬ ਉਹਨਾਂ ਹੀ ਹੈ, ਥੋੜੀ ਜਿਹੀ ਜ਼ਿੰਮੇਵਾਰੀ ਰੱਖਣ ਵਾਲਾ ਪਰਿਵਾਰ ਇੱਕ ਹੋਰ ਹੈ ਜਿਹੜਾ ਸਮਝਦਾ ਕਿ ਨਹੀਂ ਬਿੱਲ ਦੇਵਾਂਗੇ ਤੇ ਲਾਈਟ ਆਏਗੀ। ਬਿਲਕੁਲ। ਭਾਵੇਂ ਜਿੰਨੇ ਯੂਨਿਟ ਮਾਫ ਨੇ ਉਹ ਤੇ ਚਲੋ ਹੋ ਗਏ, ਜਿਹੜੇ ਉੱਪਰਲੇ ਨੇ ਉਹ ਤੇ ਦੇ ਦਈਏ। ਬਿਲਕੁਲ। ਉਹ ਜਦੋਂ ਦੇਣ ਜਾਂਦੇ ਨੇ ਤੇ ਲਾਈਨ ਵਿੱਚ ਲੱਗ ਕੇ ਉੱਥੇ ਪੇ ਕਰਕੇ ਆਉਂਦੇ ਨੇ, ਰਸੀਦ ਸਾਂਭ ਕੇ ਰੱਖਦੇ ਨੇ। ਉਹ ਹੁਣ ਦੇਣਗੇ ਬਿੱਲ? ਉਹ ਜਿਹੜੇ ਉਹਨਾਂ ਨੇ ਪਿਛਲੇ ਬਿੱਲ 3-4 ਸਾਲ ਦਿੱਤੇ ਨੇ ਜਾਂ ਇੰਨੇ ਸਾਲਾਂ ਤੋਂ ਦੇ ਰਹੇ ਨੇ, ਉਹ ਪੈਸੇ ਉਹਨਾਂ ਨੂੰ ਸਰਕਾਰ ਵਾਪਸ ਮੋੜੇਗੀ? ਬਿਲਕੁਲ। ਸਰਕਾਰ ਤੇ ਕੇਸ ਕਰਨਗੇ ਜਾਂ ਮੰਗ ਕਰਨਗੇ ਕਿ ਸਾਨੂੰ ਅਸੀਂ ਕਮਲੇ ਸੋ ਜੇ ਇਹੋ ਕੁਛ ਹੀ ਕਰਨਾ ਸੀ ਬਿਲਕੁਲ ਤੇ ਸਾਨੂੰ ਵੀ ਸਾਡੇ ਵੀ ਜਿਹੜੇ ਪੈਸੇ ਸਾਡੇ ਪਿਛਲੇ ਸਮੇਂ 'ਚ ਲਏ ਸਾਨੂੰ ਵੀ ਵਾਪਸ ਕਰ ਦਿਓ। ਬਿਲਕੁਲ। ਬਿਜਲੀ ਦੀ ਦੁਰਵਰਤੋਂ ਵੀ ਬਹੁਤ ਹੁੰਦੀ ਹੈ ਜੀ, ਦੁਰਵਰਤੋਂ ਹੁੰਦੀ ਹੈ। ਪਰ ਇਹ ਗੱਲ ਹੈ ਕਿ ਇੱਥੇ ਕੋਈ ਠੋਸ ਨੀਤੀ ਅਪਣਾਉਣ ਦੀ ਥਾਂ ਤੇ ਲੋਕਾਂ ਨੂੰ ਵਧੀਆ ਬਿਜਲੀ, ਸਸਤੀ ਬਿਜਲੀ ਮੁਹੱਈਆ ਕਰਵਾਉਣ ਦੀ ਥਾਂ ਤੇ ਇਹ ਜਿਹੜਾ ਮੁਫਤ ਵਾਲਾ ਲਾਰਾ ਜਿਹੜਾ ਇਹ ਸਾਰਿਆਂ ਨੇ ਲਾਉਣਾ ਸ਼ੁਰੂ ਕਰ ਦਿੱਤਾ। ਬਿਲਕੁਲ। ਹੁਣ ਚੋਣ ਵਾਅਦਿਆਂ ਦੇ ਵਿੱਚ, ਮੁੱਦਿਆਂ ਦੇ ਵਿੱਚ ਮੈਂ ਤੁਹਾਨੂੰ ਸਾਰੇ ਮੁੱਦੇ ਗਿਣਾਏ ਨੇ ਜੀ। ਅਰਵਿੰਦ ਕੇਜਰੀਵਾਲ ਨੇ ਬਿਜਲੀ ਦੀ ਗੱਲ ਛੇੜੀ ਸੀ, ਬਾਕੀ ਪਾਰਟੀਆਂ ਨੇ ਚੁੱਕ ਲਈ ਹੈ। ਬਿਲਕੁਲ। ਉਹਨਾਂ ਨੇ ਹੁਣ ਹੈਲਥ ਕਾਰਡ ਦੀ ਗੱਲ ਚੁੱਕੀ ਹੈ ਤੇ ਬਾਕੀ ਵੀ ਚੁੱਕਣਗੇ ਜ਼ਰੂਰ, ਹੌਲੀ ਹੌਲੀ ਸ਼ੁਰੂ ਹੋ ਜਾਣਗੇ। ਇੱਕ ਮੁੱਦਾ ਇੱਕ ਅਜਿਹਾ ਜਿਹਨੂੰ ਸਾਰਿਆਂ ਨੇ ਸਮਝ ਲਿਆ ਜੀ। ਇੱਕ ਪਾਰਟੀ ਕਹਿੰਦੀ ਹੈ ਕਿ ਸਾਡਾ ਮੁੱਖ ਮੰਤਰੀ ਦਲਿਤ ਭਾਈਚਾਰੇ 'ਚ ਹੋਵੇਗਾ। ਬਿਲਕੁਲ। ਦੂਸਰੀ ਕਹਿੰਦੀ ਹੈ ਸਾਡਾ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ 'ਚ ਹੋਵੇਗਾ। ਤੀਜੀ ਕਹਿੰਦੀ ਹੈ ਸਾਡਾ ਮੁੱਖ ਮੰਤਰੀ ਜਿਹੜਾ ਹੈ ਉਹ ਸਿੱਖ ਸਮਾਜ ਦੇ ਵਿੱਚੋਂ ਹੋਵੇਗਾ। ਜੀ। ਚੌਥੀ ਕਹਿੰਦੀ ਹੈ ਤੁਸੀਂ ਸੋਚਦੇ ਪਏ ਹੋ ਆ ਚੱਕੋ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਬਿਲਕੁਲ। ਉਹਨਾਂ ਨੇ ਬਣਾ ਕੇ ਰੱਖ ਦਿੱਤਾ। ਚੋਣ ਵਾਅਦੇ ਤੇ ਕਿਤੇ ਪਿੱਛੇ ਰਹਿ ਗਏ ਨੇ। ਬਿਲਕੁਲ। ਇਹ ਨਵੀਂ ਗੇਮ ਚੱਲ ਪਈ ਹੈ ਕਿ ਆ 3-4 ਮਹੀਨੇ ਜਿਹੜੇ ਨੇ ਇਹ ਕਿਵੇਂ ਟਾਈਮ ਪਾਸ ਕਰਨਾ ਹੈ। ਬਿਲਕੁਲ। ਤੇ ਵਧੀਆ ਤੋਂ ਵਧੀਆ ਦਿਲ ਨੂੰ ਲੁਭਾਉਣ ਵਾਲੇ ਵਾਅਦੇ ਜਿਹੜੇ ਨੇ ਉਹ ਕਿਵੇਂ ਕਰਨੇ ਨੇ ਤਾਂ ਕਿ ਇਹਨਾਂ ਵਾਅਦਿਆਂ ਦੇ ਸਿਰ ਤੇ ਅਸੀਂ ਵੋਟਾਂ ਜਿਹੜੀਆਂ ਬਟੋਰ ਸਕੀਏ। ਜੀ। ਬੇਰੁਜ਼ਗਾਰੀ, ਮਾਫੀਆ ਰਾਜ, ਜਿੰਨੇ ਮੁੱਦੇ ਨੇ ਸਾਰੇ ਪਿੱਛੇ ਪੈ ਗਏ ਨੇ। ਕੁਝ ਨਜ਼ਰ ਨਹੀਂ ਆ ਰਿਹਾ। ਇਸ ਵੇਲੇ ਧਿਆਨ ਜਿਹੜਾ ਹੈ ਇੱਥੇ ਕੇਂਦਰਿਤ ਹੋਇਆ ਪਿਆ। ਜੀ। ਮੁਫਤਖੋਰੀ ਦੇ ਰਿਵਾਜ ਜਿਹੜਾ ਇਹ ਪਾ ਦਿੱਤਾ ਗਿਆ। ਜੀ। ਜਦੋਂ ਕਾਫੀ ਸਾਲ ਪਹਿਲਾਂ 1997-98 ਦੇ ਆਸ-ਪਾਸ ਬਾਦਲ ਸਰਕਾਰ ਬਣੀ ਸੀ ਤੇ ਉਹਨਾਂ ਨੇ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਸੀ, ਮੋਟਰਾਂ ਦੇ। ਜੀ। ਜੇ ਕਿਸੇ ਕਿਸਾਨ ਨੂੰ ਪੁੱਛ ਲਓ ਅੱਜ ਅੰਦੋਲਨ ਚੱਲ ਰਿਹਾ ਪੰਜਾਬ ਵਿੱਚ ਕਿੰਨੀ ਜਗ੍ਹਾ ਤੇ ਪੱਕੇ ਮੋਰਚੇ ਲੱਗਿਆਂ ਨੂੰ ਅੱਜ ਸਾਲ ਹੋ ਗਿਆ। ਬਿਲਕੁਲ। ਦਿੱਲੀ ਦੀਆਂ ਸਰਹੱਦਾਂ ਤੇ ਲੱਗੇ ਹੋਏ ਨੇ। ਜਿੰਨੇ ਕਿਸਾਨ ਬੈਠੇ ਹੋਏ ਨੇ ਉੱਥੇ ਤੁਸੀਂ ਉਹਨਾਂ ਨੂੰ ਇੱਕ ਕਾਮਨ ਸਵਾਲ ਪੁੱਛ ਲਿਓ ਜੀ ਕਿ ਭਾਈ ਤੁਹਾਨੂੰ ਬਿਜਲੀ ਦੀ ਸਪਲਾਈ ਨਿਰੰਤਰ ਚਾਹੀਦੀ ਹੈ ਤੇ ਜਾਇਜ਼ ਰੇਟ ਦੇ ਵਿੱਚ ਬਿਜਲੀ ਚਾਹੀਦੀ ਹੈ ਕਿ ਬੇਹਿਸਾਬੀ ਬਿਜਲੀ ਕਦੇ ਆ ਗਈ ਕਦੇ ਨਹੀਂ ਆ ਗਈ, ਕਦੇ 24 ਘੰਟੇ ਚੋਂ 4 ਘੰਟੇ ਆ ਗਈ, ਕਦੇ ਆਈ ਨਹੀਂ, ਨਾਕਸ ਲਾਈਨਾਂ, ਟਰਾਂਸਫਾਰਮਰ ਤੇ ਸਾਰਾ ਕੁਝ। ਬਿਲਕੁਲ। ਬੇਟਾਈਮੀ ਬਿਜਲੀ ਚਾਹੀਦੀ ਹੈ ਮੁਫਤ ਕਿ ਉਹ ਚਾਹੀਦੀ ਜੋੜੀ ਮੈਂ ਪਹਿਲਾਂ ਦੱਸੀ ਹੈ। ਬਿਲਕੁਲ। ਮੈਂ ਗਰੰਟੀ ਨਾਲ ਕਹਿ ਸਕਦਾ ਕਿ ਬਹੁਤੇ ਜ਼ਿਮੀਂਦਾਰ ਇਹੋ ਕਹਿਣਗੇ ਕਿ ਭਾਈ ਸਾਨੂੰ ਲਗਾਤਾਰ ਬਿਜਲੀ ਦਿਓ, ਪੱਕੇ ਟਾਈਮ ਤੇ ਦਿਓ ਤੇ ਜਾਇਜ਼ ਰੇਟ ਸਾਡੇ ਕੋਲੋਂ ਪੈਸੇ ਲਈ ਜਾਓ। ਜੀ। ਡੀਜ਼ਲ ਫੂਕ ਕੇ ਜਨਰੇਟਰਾਂ ਤੇ ਮਹਿੰਗੇ ਭਾਅ ਦੇ ਮਹਿੰਗੇ ਜਨਰੇਟਰ ਲੈ ਕੇ ਉਹ ਡੀਜ਼ਲ ਫੂਕ ਕੇ ਆਪਣੀਆਂ ਫਸਲਾਂ ਪਾਲ ਰਹੇ ਨੇ ਤੇ ਬਿੱਲ ਨਹੀਂ ਦੇ ਸਕਦੇ। ਉਹ ਬਿਲਕੁਲ। ਉਹ ਬਿੱਲ ਦੇਣ ਦੇ ਸਮਰੱਥ ਨੇ ਕਿਸਾਨ, ਐਸੀ ਗੱਲ ਨਹੀਂ। ਜੇ ਪਿਛਲੇ ਸਾਲ ਡੀਜ਼ਲ ਦਾ ਭਾਅ 50-60 ਰੁਪਏ ਲੀਟਰ ਸੀ ਤੇ ਇਸ ਵਾਰੀ 92, 93, 94 ਜਾਂ 100 ਦੇ ਆਸ-ਪਾਸ ਹੋ ਚੁੱਕਾ ਹੈ ਜੀ। ਤੇ ਕਿਸਾਨ ਤੇ ਉਹ ਵੀ ਫੂਕ ਰਹੇ ਨੇ। ਜੀ। ਗੱਲ ਤੇ ਹੋ ਰਹੀ ਹੈ ਪਰ ਕਿਸਾਨ ਲੈ ਰਹੇ ਨੇ ਤੇ ਬਿਜਲੀ ਦਾ ਬਿੱਲ ਵੀ ਦੇ ਸਕਦੇ ਨੇ ਜੇ ਬਿਜਲੀ ਉਹਨਾਂ ਨੂੰ ਸਹੀ ਤਰੀਕੇ ਨਾਲ ਦਿੱਤੀ ਜਾਵੇ। ਜੀ। ਜੀ ਕੁਲਦੀਪ ਜੀ, ਇਹ ਤਾਂ ਸੀ ਜਿਹੜੇ ਪਿਛਲੇ ਚੋਣ ਮੈਨੀਫੈਸਟੋ ਦੇ ਵਿੱਚ ਸਰਕਾਰ ਵੱਲੋਂ ਵਾਅਦੇ ਕਰ ਦਿੱਤੇ ਗਏ ਤੇ ਹਮੇਸ਼ਾ ਹੀ ਹਰੇਕ ਸਰਕਾਰ ਵੱਲੋਂ ਮੈਨੀਫੈਸਟੋ ਦੇ ਵਿੱਚ ਵਾਅਦੇ ਕਰ ਦਿੱਤੇ ਜਾਂਦੇ ਨੇ, ਉਹਨਾਂ ਨੂੰ ਪੂਰਾ ਕੀਤਾ ਜਾਵੇ ਭਾਵੇਂ ਨਾ। ਪਰ ਜਦੋਂ ਅਗਲੀਆਂ ਚੋਣਾਂ ਆਉਣ ਵਾਲੀਆਂ ਹੁੰਦੀਆਂ ਨੇ ਤਾਂ ਉਹ ਚੁਣਾਵੀ ਛੜਯੰਤਰ ਮੁੜ ਤੋਂ ਰਚਣੇ ਸ਼ੁਰੂ ਹੋ ਜਾਂਦੇ ਨੇ। ਤੇ ਫਸਲਾਂ ਦੇ ਹਾਲ ਬਹੁਤ ਮਾੜੇ ਨੇ ਹਰਪ੍ਰੀਤ ਜੀ। ਜੀ। ਡੇਅਰੀ ਫਾਰਮਿੰਗ ਬਿਲਕੁਲ ਖਤਮ ਹੋ ਚੁੱਕੀ ਹੈ। ਜੀ। ਫਸਲਾਂ ਦੇ ਖਰੀਦਦਾਰ ਜਿਹੜੇ ਨੇ ਕੋਈ ਨਹੀਂ। ਬਿਲਕੁਲ। ਤੇ ਇਸ ਵੇਲੇ ਕਿਸਾਨ ਆਪਣੀਆਂ ਫਸਲਾਂ ਬਚਾਉਣ ਨੂੰ ਬੈਠੇ ਹੋਏ ਨੇ। ਬਿਲਕੁਲ। ਤੇ ਮੁੱਦੇ ਤੇ ਇੰਨੇ ਖੜੇ ਨੇ ਤੇ ਇੱਥੇ ਫਲਾਨਾ ਚਿਹਰਾ ਔਰਤਾਂ ਨੂੰ ਰਾਖਵਾਂ ਕਰਨ, ਉਹਨਾਂ ਇਹ ਗੱਲਾਂ ਰਾਖਵੇਂ ਕਰਨ ਦੀ ਜੇ ਸਾਡੇ ਸਮਾਜ ਦੇ ਹਿਸਾਬ ਦੇ ਨਾਲ ਔਰਤ ਨੂੰ ਵੈਸੇ ਉਹਨੂੰ ਇੰਨਾ ਐਜੂਕੇਟਡ ਕਰ ਦਿੱਤਾ ਜਾਵੇ ਤੇ ਰਾਖਵਾਂ ਕਰਨ ਦੀ ਤੇ ਲੋੜ ਹੀ ਨਹੀਂ ਪੈਗੀ। ਠੀਕ ਹੈ, ਕਰਨ ਦੀ ਲੋੜ ਹੈ ਕਿਤੇ ਕਿਤੇ, ਮੈਂ ਸਮਝਦਾ ਅੱਜ ਦੇ ਯੁੱਗ ਵਿੱਚ, ਪਰ ਲੋੜ ਨਹੀਂ ਪੈਗੀ ਜੇ ਉਹ ਇਨਫ ਐਜੂਕੇਟਡ ਹੋਣਗੇ ਤੇ ਆਪਣਾ ਰਸਤਾ ਆਪ ਬਣਾਉਣਗੇ। ਬਿਲਕੁਲ। ਜੇ ਅਸੀਂ ਕਹਿੰਦੇ ਆ ਕਿ ਬਰਾਬਰੀ ਦੀ, ਔਰਤ ਦੀ ਬਰਾਬਰੀ ਦੀ ਗੱਲ ਕਰਦੇ ਆ ਕਿ ਉਹ ਮਰਦ ਦੇ ਬਰਾਬਰ ਹੈ, ਤਾਂ ਮੈਨੂੰ ਲੱਗਦਾ ਕਿ ਵੱਖਰੇ ਰਾਖਵੇਂ ਕਰਨ ਦੇ ਨਾਲ ਸਗੋਂ ਇਹ ਅਹਿਸਾਸ ਦਵਾਇਆ ਜਾਂਦਾ ਹੈ ਕਿ ਅਸੀਂ ਉਹਨਾਂ ਤੋਂ ਪਿੱਛੇ ਆ। ਸੋ ਇਹ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਸਵਾਗਤ ਹੈ। ਸੋ ਕੁਲਦੀਪ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਤਾਂ ਪਿਛਲੇ ਦਿਨਾਂ ਵਿੱਚ ਕਾਫੀ ਜ਼ਿਆਦਾ ਅਸੀਂ ਕਹੀਏ ਕਿ ਫੇਰ ਬਦਲ ਦੇਖਣ ਨੂੰ ਮਿਲਿਆ। ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਮੁੜ ਉਹਨਾਂ ਨੇ ਫਿਰ ਗੱਲਬਾਤ ਕਰਨ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈ ਲਿਆ। ਉਹ ਸੂਬਾ ਪ੍ਰਧਾਨ ਬਣੇ ਰਹਿਣਗੇ ਤੇ ਕਾਫੀ ਸਾਰੇ ਉਹਨਾਂ ਨੇ ਮੁੱਦੇ ਉਠਾਏ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਜੀ, ਤੇ ਜਿਹੜੇ ਉਹਨਾਂ ਨੇ ਮੁੱਦੇ ਉਠਾਏ ਆ ਉਹਨਾਂ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹਦੇ ਤੇ ਗੱਲਬਾਤ ਹੋ ਰਹੀ ਹੈ ਤੇ ਅੱਗੋਂ ਪ੍ਰੋਸੈਸ ਅੱਗੇ ਵਧੇਗਾ। ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਮੁੱਦੇ ਚੁੱਕੇ ਆ ਕਿ ਉਹ ਸੱਚ ਬੋਲ ਰਹੇ ਨੇ ਕਿ ਉਸੇ ਕਾਰਨਾਂ ਕਰਕੇ ਉਹਨਾਂ ਨੇ ਚੁੱਕੇ, ਪੰਜਾਬ ਦੇ ਭਲਾਈ ਦੇ ਲਈ ਚੁੱਕੇ ਆ, ਜਾਂ ਫਿਰ ਇਹਦੇ ਵਿੱਚ ਵੀ ਕੋਈ ਰਣਨੀਤੀ ਹੈ? ਉਹ ਸੱਚੇ ਨੇ ਜਾਂ ਫਿਰ ਕਾਂਗਸੀ ਵਰਕਰ? ਦੇਖੋ ਗੱਲ ਇਹ ਹੈ ਜੀ, ਕੈਪਟਨ ਅਮਰਿੰਦਰ ਸਿੰਘ ਨੂੰ ਜੇ ਸੁਣੀਏ ਜੀ ਤਾਂ ਇੱਕ ਬਿਲਕੁਲ ਵੱਖਰਾ ਸੋਰਾ ਹੈ ਉਹਨਾਂ ਦਾ ਜੀ, ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ। ਐਂਟੀ ਨੈਸ਼ਨਲ, ਅਨਸਟੇਬਲ ਪਰਸਨ, ਬਿਲਕੁਲ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ। ਮਜਮਾ ਲਾਉਣਾ ਆਉਂਦਾ ਹੈ, ਬਿਲਕੁਲ ਕਰਾਊਡ ਨੂੰ ਇਕੱਠਿਆਂ ਕਰ ਸਕਦਾ, ਗੱਲਬਾਤ ਕਰ ਸਕਦਾ, ਹੋਰ ਕੁਝ ਨਹੀਂ ਹੈ, ਟੀਮ ਦੇ ਨਾਲ ਨਹੀਂ ਚੱਲ ਸਕਦਾ। ਇਸ ਗੱਲ ਦਾ ਇਹ ਉਹਨਾਂ ਦਾ ਆਪਣਾ ਪੁਆਇੰਟ ਆਫ ਵਿਊ ਹੋ ਸਕਦਾ ਹੈ ਜੀ, ਪਰ ਆਪਾਂ ਤਾਂ ਸਟੱਡੀ ਕਰ ਸਕਦੇ ਹਾਂ ਬਿਲਕੁਲ ਕਿ ਕੌਣ ਕਿੰਨਾ ਕੁ ਸਹੀ ਹੈ। ਇੱਕ ਦੋ ਗੱਲਾਂ ਉਹਨਾਂ ਨੇ ਹੋਰ ਕੀਤੀਆਂ ਨਵਜੋਤ ਸਿੰਘ ਸਿੱਧੂ ਦੇ ਬਾਰੇ, ਜੀ ਮੈਨੂੰ ਮਨਜ਼ੂਰ ਨਹੀਂ ਹੈ ਮੁੱਖ ਮੰਤਰੀ। ਬਿਲਕੁਲ ਤੁਸੀਂ ਦੇਖੋ, ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਹਾਰਡ ਸਟੈਂਸ ਲੈਣਾ, ਬਿਲਕੁਲ ਮੈਨੂੰ ਨਹੀਂ ਪਤਾ ਕਿ ਉਹ ਕਿਸ ਈਰਖਾ ਦੇ ਵਿੱਚੋਂ ਇਹ ਉਹਨਾਂ ਦੀ ਗੱਲ ਨਿਕਲੀ ਹੈ। ਬਿਲਕੁਲ ਲੱਗਦਾ ਇਸੇ ਤਰ੍ਹਾਂ ਹੀ ਹੈ ਕਿ ਉਹ ਇੱਕ ਕਿਸਮ ਦਾ ਜਿਹੜਾ ਉਹਨਾਂ ਨੂੰ ਗੱਦੀਆਂ ਲਾਉਣ ਦਾ ਸਿਸਟਮ ਸੀ, ਉਹ ਤੋਂ ਨਾਰਾਜ਼ ਹੋ ਕੇ ਕਿ ਸਿੱਧੂ ਹੀ ਸਾਰੇ ਕੁਝ ਲਈ ਜ਼ਿੰਮੇਵਾਰ ਹੈ, ਜੀ, ਉਸ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਨੇ ਗੱਲ ਆਖੀ ਹੈ। ਬਿਲਕੁਲ ਤੇ ਉਹ ਕੀ ਕਹਿੰਦੇ ਸੀ, ਦੇਖੋ ਇਹਦੀ ਭਾਜਪਾ ਵਾਲਿਆਂ ਨਾਲ ਨਹੀਂ ਬਣੀ, ਮਜੀਠੀਏ ਨਾਲ ਲੜ ਪਿਆ। ਬਿਲਕੁਲ ਇਸੇ ਤੇ ਥੋੜਾ ਜਿਹਾ ਆਪਾਂ ਗੌਰ ਕਰਦੇ ਹਾਂ। ਜੀ, ਭਾਜਪਾ ਵਾਲਿਆਂ ਨਾਲ ਬਣੀ ਨਹੀਂ, ਬਣੀ ਕਾਹਦੀ ਨਹੀਂ? ਅੰਮ੍ਰਿਤਸਰ ਦੇ ਵਿੱਚੋਂ MP ਬਣਦੇ ਨੇ ਜੀ, ਜਿੱਦਣ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਦੇ ਵਜੋਂ ਬਣਦੇ ਨੇ, ਜੀ ਜਿੱਦਣ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਆ, ਉਹ ਤੋਂ 5 ਦਿਨ ਪਹਿਲਾਂ ਤੱਕ ਤਾਂ ਭਾਜਪਾ 'ਚ ਸ਼ਾਮਲ ਵੀ ਨਹੀਂ ਸੀ। ਬਿਲਕੁਲ ਕਮੈਂਟਰੀ ਕਰ ਰਹੇ ਸੀ, ਉੱਥੋਂ ਬੁਲਾ ਕੇ ਉਹਨਾਂ ਨੂੰ ਕਹਿੰਦੇ ਜੀ ਚੁੱਕੋ ਟਿਕਟ ਤੇ ਇਲੈਕਸ਼ਨ ਲੜੋ। ਇਲੈਕਸ਼ਨ ਲੜੇ ਨੇ, ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਕੇਸ ਖੁੱਲ੍ਹ ਜਾਂਦੇ ਨੇ। ਕਤਲ ਦਾ ਕੇਸ ਜਵਾਨੀ ਵੇਲੇ ਦਾ ਨਿਕਲ ਆਉਂਦਾ ਕਿ ਨਵਜੋਤ ਸਿੰਘ ਸਿੱਧੂ ਨੇ ਕਤਲ ਕੀਤਾ ਸੀ, ਦੇਖੋ ਉਹਦੀ ਸੁਣਵਾਈ ਹੋ ਰਹੀ ਹੈ, ਚੈਨਲਾਂ ਤੇ ਬੱਲੇ ਬੱਲੇ ਹੋਣ ਲੱਗ ਪੈਂਦੀ ਹੈ। ਜੀ, ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਦੇਣਾ ਪੈ ਜਾਂਦਾ, ਫਿਰ ਬਾਈ ਇਲੈਕਸ਼ਨ ਹੁੰਦੀ ਹੈ, ਫਿਰ ਜਿੱਤ ਜਾਂਦੇ ਨੇ। ਬਿਲਕੁਲ ਵੱਡੇ ਮਾਰਜਨ ਨਾਲ ਜਿੱਤੇ ਨੇ, ਅੱਜ ਤੱਕ ਕੋਈ ਚੋਣ ਹਾਰੇ ਨਹੀਂ। ਨਵਜੋਤ ਸਿੰਘ ਸਿੱਧੂ ਜਦੋਂ ਇੰਨੀ ਵਾਰੀ ਬਣੇ ਨੇ, ਉਹਨਾਂ ਦੀ ਕਸ਼ਮਕਸ਼ ਤਾਂ ਰਹੀ ਹੈ ਕਿਉਂਕਿ ਅਕਾਲੀ ਭਾਜਪਾ ਦਾ ਗੱਠਜੋੜ ਸੀ। ਜੀ, ਭਾਜਪਾ ਵਾਲਿਆਂ ਨੇ ਇੱਕ ਮੈਂਬਰ ਪਾਰਲੀਮੈਂਟ ਦੇ ਸੀਟ ਦੇ ਵਜੋਂ ਤੇ ਉਸ ਨੂੰ ਰੱਖ ਲਿਆ ਤੇ ਸਟੇਜਾਂ ਤੇ ਭਾਸ਼ਣ ਦੇਣ ਲਈ ਖੂਬ ਗੱਲ ਬਣਦੀ ਸੀ। ਬਿਲਕੁਲ ਪਰ ਅਕਾਲੀ ਦਲ ਨੇ ਆਪਣੇ ਤੌਰ ਤਰੀਕਿਆਂ ਨਾਲ ਨਵਜੋਤ ਸਿੰਘ ਸਿੱਧੂ ਨੂੰ ਦਬਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਬਿਲਕੁਲ ਇੱਕ MP ਹੋਣ ਦੇ ਨਾਤੇ ਇੱਕ ਕੌਂਸਲਰ ਤੱਕ ਦੀ, ਇੱਕ ਅਕਾਲੀ ਕੌਂਸਲਰ ਤੇ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ, ਉਸ ਨਾਲੋਂ ਵੱਧ ਇੱਕ ਕੌਂਸਲਰ ਦੀ ਚੱਲਦੀ ਸੀ ਅੰਮ੍ਰਿਤਸਰ ਦੇ ਵਿੱਚ, ਸਾਰਿਆਂ ਨੂੰ ਪਤਾ। ਜੀ, ਬਿਲਕੁਲ ਫਿਰ ਅਕਾਲੀ ਸਰਕਾਰ ਆ ਗਈ, ਸੰਸਦੀ ਸਕੱਤਰ ਬਣ ਗਿਆ ਬੀਬੀ ਨਵਜੋਤ ਕੌਰ ਸਿੱਧੂ, ਉਹ ਵਿੱਚੋਂ ਫਿਰ ਛੱਡਣਾ ਪੈ ਗਿਆ ਸੀ ਉਹਨਾਂ ਨੂੰ। ਅਸਲ ਵਿੱਚ ਕਦੇ ਬਣੀ ਨਹੀਂ। ਜੀ, ਨਾ ਭਾਜਪਾ ਵਾਲਿਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਕੱਢਿਆ ਤੇ ਨਾ ਅਕਾਲੀ ਦਲ ਵਾਲਿਆਂ ਨੇ ਕਦੀ ਸਿੱਧਾ ਉਹਦੇ ਤੇ ਕੋਈ ਗੱਲ ਕੀਤੀ ਹੈ। ਆਪਣੀ ਮਰਜ਼ੀ ਨਾਲ ਉਹ ਭਾਜਪਾ 'ਚ ਗਏ ਸੀ ਤੇ ਛੱਡ ਕੇ ਕਾਂਗਰਸ ਦੇ ਵਿੱਚ ਆ ਗਏ ਨੇ ਬਿਲਕੁਲ ਐਨ ਇਲੈਕਸ਼ਨਾਂ ਤੋਂ ਪਹਿਲਾਂ। ਤੇ ਉਹਨਾਂ ਨੇ ਕਾਂਗਰਸ ਦੇ ਵਿੱਚ ਹੁਣ ਤੱਕ ਰਹੇ ਨੇ ਤੇ ਉਹ ਕਹਿੰਦੇ ਸੀ ਮੇਰੀ ਘਰ ਵਾਪਸੀ ਹੈ, ਸਾਡੀ ਤੇ ਫੈਮਿਲੀ ਕਾਂਗਰਸ ਨਾਲ ਸੰਬੰਧ ਰੱਖਦੀ ਹੈ ਪੁਰਾਣੇ, ਜੀ, ਤੇ ਮੈਂ ਤਾਂ ਇੱਧਰ ਆਇਆ ਮੁੜ ਕੇ, ਮੈਨੂੰ ਤਾਂ ਧੱਕੇ ਨਾਲ ਉੱਧਰ ਭੇਜਿਆ ਗਿਆ ਸੀ। ਤੇ ਇਹ ਕਨਸੂਆਂ ਬੜੀ ਦੇਰ ਤੋਂ ਸੀ, ਧੱਕੇ ਨਾਲ ਕਿਸੇ ਹੋਰ ਨੇ ਨਹੀਂ ਸੀ ਉਹਨਾਂ ਨੂੰ ਕੱਢਿਆ ਹੋਇਆ, ਕੈਪਟਨ ਅਮਰਿੰਦਰ ਸਿੰਘ ਹੀ ਸਨ। ਜੀ, ਪਟਿਆਲੇ ਦੇ ਵਿੱਚ ਉਹ ਬਿਲੋਂਗ ਕਰਦੇ ਨੇ, ਪਰ ਉਹਨਾਂ ਦਾ ਇੱਕ ਨਵਜੋਤ ਸਿੰਘ ਸਿੱਧੂ ਦੀ ਚੜ੍ਹਤ ਹੈ, ਜਿਸ ਤਰ੍ਹਾਂ ਉਹ ਰਾਈਜ਼ ਹੋਏ ਨੇ ਆਪਣੇ ਸਿਰ ਖੁਦ ਹੋ ਕੇ, ਕਿਸੇ ਦੇ ਮੋਢਿਆਂ ਤੇ ਬੈਠ ਕੇ ਨਹੀਂ ਚੜ੍ਹੇ ਉਹ। ਬਿਲਕੁਲ ਇਹ ਗੱਲ ਪੱਕੀ ਹੈ। BJP ਨੇ ਉਹਨਾਂ ਦੇ ਇਮੇਜ ਦਾ ਫਾਇਦਾ ਲਿਆ, ਨਾ ਕਿ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਦਾ ਫਾਇਦਾ ਲਿਆ ਜਾਂ ਕਾਂਗਰਸ ਦੇ ਹੱਥ ਦਾ ਫਾਇਦਾ ਲਿਆ। ਜੀ, ਨਵਜੋਤ ਸਿੰਘ ਸਿੱਧੂ ਨੂੰ ਦੂਸਰੀ ਵਾਰੀ ਜਦੋਂ ਸਰਕਾਰ ਬਣਦੀ ਹੈ ਤੇ ਚੰਗਾ ਇੱਕ ਮੰਤਰਾਲਾ ਮਿਲਣ ਦੀ ਉਮੀਦ ਹੈ, ਉਹਨਾਂ ਨੂੰ ਛੋਟੇ-ਮੋਟੇ ਮੰਤਰਾਲੇ ਦੇਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਉਹਨਾਂ ਦੀਆਂ ਫਾਈਲਾਂ ਸਾਰੀਆਂ ਰੋਕ ਲਈਆਂ ਜਾਂਦੀਆਂ ਨੇ, ਜਿਹੜੀ ਪਲਾਨ ਉਹ ਤਿਆਰ ਕਰਦੇ ਨੇ ਰੇਤ ਮਾਫੀਆ ਦੇ ਖਿਲਾਫ, ਰੇਤ ਕਿਵੇਂ ਵੇਚਣੀ ਹੈ, ਕੀ ਕਰਨਾ ਹੈ, ਕੇਰਲਾ ਵਿੱਚ ਜਾ ਕੇ ਹੋਰ ਥਾਵਾਂ ਤੋਂ ਕਈ ਗੱਲਾਂ ਦੀ ਟੂਰਿਜ਼ਮ ਨੂੰ ਡਿਵੈਲਪ ਕਰਨ ਦੀ ਸਟੱਡੀ ਕਰਕੇ ਆਉਂਦੇ ਨੇ। ਉਹਨਾਂ ਦੀ ਸਾਰੀਆਂ ਫਾਈਲਾਂ ਠੰਡੇ ਬਸਤੇ ਵਿੱਚ ਪਾ ਕੇ ਅਲਮਾਰੀਆਂ ਵਿੱਚ ਪੱਕੇ ਜਿੰਦੇ ਲਾ ਕੇ ਰੱਖ ਦਿੱਤੀਆਂ ਜਾਂਦੀਆਂ ਨੇ, ਸੁਣੀ ਨਹੀਂ ਜਾਂਦੀ। ਅਖੀਰੋਂ ਨਾਰਾਜ਼ ਹੋ ਕੇ ਅਸਤੀਫਾ ਦੇ ਦਿੰਦੇ ਨੇ, ਸਾਰਿਆਂ ਨੂੰ ਪਤਾ ਹੈ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ। ਬਿਲਕੁਲ। ਹੁਣ ਨਵਜੋਤ ਸਿੰਘ ਸਿੱਧੂ ਇੱਕ ਵਾਹਿਦ ਵਿਅਕਤੀ ਨੇ
ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਵਾਜ਼ ਉਠਾਉਣ ਦੇ ਵਿੱਚ ਤੇ ਪਹਿਲ ਕਦਮੀ ਭਾਵੇਂ ਨਹੀਂ ਕੀਤੀ, ਉਹਨਾਂ ਤੋਂ ਪਹਿਲਾਂ ਵੀ ਆਵਾਜ਼ਾਂ ਉੱਠੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ, ਬਿਲਕੁਲ, ਪਰ ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਨਾਲ ਉਠਾਈ, ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਉਸ ਦਿਨ ਤੋਂ ਡਾਮਾਡੋਲ ਹੋਈ। ਪਹਿਲਾਂ ਕਦੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਇਸ ਤਰ੍ਹਾਂ ਇੰਨਾ ਦਿਖਾ ਨਹੀਂ ਸੀ ਸਕਿਆ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ। ਬਿਲਕੁਲ, ਹਾਲਾਂਕਿ ਕਾਂਗਰਸੀ ਵਰਕਰ ਆਪ ਹੀ ਉਹਨਾਂ ਦੇ ਖਿਲਾਫ ਜ਼ੀਰਾ ਤੋਂ ਵੀ ਹਰੇਕ ਜਗ੍ਹਾ ਤੋਂ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਪ੍ਰਤਾਪ ਕਰਦੇ ਰਹੇ। ਸਿੰਘ ਬਾਜਵਾ ਹਾਈ ਕਮਾਂਡ ਨੂੰ ਚਿੱਠੀਆਂ ਲਿਖਦੇ ਰਹੇ ਨੇ। ਬਿਲਕੁਲ, ਸੁਖਪਾਲ ਸਿੰਘ ਖਹਿਰਾ ਆਪਣੇ ਤੌਰ ਤੇ ਗੱਲ ਕਰਦੇ ਰਹੇ ਨੇ। ਰਵਨੀਤ ਬਿੱਟੂ ਵੀ ਉਹਨਾਂ ਦੇ ਖਿਲਾਫ ਹੋਇਆ ਕਰਦੇ ਸੀ। ਹੋਰ ਲੰਬੀ ਸੂਚੀ ਹੈ, ਪਰ ਕਿਸੇ ਦੀ ਚੱਲੀ ਨਹੀਂ ਜੀ। ਪਰ ਚੱਲੀ ਤੇ ਚੱਲੀ ਨਵਜੋਤ ਸਿੰਘ ਸਿੱਧੂ ਦੀ ਚੱਲੀ ਹੈ, ਕਿਉਂਕਿ ਚੌਕੇ ਛੱਕੇ ਮਾਰਨਾ ਜਾਣਦੇ। ਬਿਲਕੁਲ ਜਾਣਦੇ ਸੀ, ਉਹਨਾਂ ਨੇ ਗੱਲ ਕੀਤੀ ਹੈ ਤੇ ਇਹ ਗੱਲ ਉਹਨਾਂ ਨੇ ਸਾਬਤ ਕਰ ਦਿੱਤੀ ਨਵਜੋਤ ਸਿੰਘ ਸਿੱਧੂ ਨੇ ਕਿ ਮੈਂ ਅਹੁਦੇ ਦੀ ਭੁੱਖ ਦੌੜ ਦੇ ਵਿੱਚ ਸ਼ਾਮਲ ਨਹੀਂ। ਬਿਲਕੁਲ, ਕਿੰਨੇ ਕੁ ਮੰਤਰੀਆਂ ਨੇ ਆਪਣੀ ਮਰਜ਼ੀ ਨਾਲ ਅਸਤੀਫੇ ਦਿੱਤੇ ਨੇ। ਹੁਣ ਅੱਜ ਕਈ ਲੋਕ ਇਹ ਗੱਲ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਵਿੱਚ ਰਹਿ ਕੇ ਹੀ ਕਰਨਾ ਚਾਹੀਦਾ ਹੈ ਜੀ। ਜੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਕੁਸ਼ਲਤਾ ਤੇ ਸਵਾਲੀਆ ਚਿੰਨ੍ਹ ਲੱਗਾ ਜੀ, ਸਰਕਾਰ ਦੀ ਨਾਕਾਮੀ ਸਾਬਤ ਹੋਈ ਤੇ ਵਿਧਾਇਕ ਦਲ ਜਿਹੜਾ ਸੀ ਉਹਨਾਂ ਦੇ ਵਿਰੁੱਧ ਹੋ ਗਿਆ, ਕੈਪਟਨ ਸਾਹਿਬ ਨੂੰ ਅਸਤੀਫਾ ਦੇਣਾ ਪੈ ਗਿਆ ਜੀ, ਉਹ ਤੇ ਲਾਂਭੇ ਹੋ ਗਏ ਤੇ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਹੀ ਰਹਿ ਗਏ ਜੀ। ਸੁਨੀਲ ਜਾਖੜ ਹੋਰ ਤਰ੍ਹਾਂ ਦੀ ਗੱਲ ਕਰਦੇ ਨੇ, ਉਹ ਆਪਣੇ ਹਿਸਾਬ ਨਾਲ ਕਰਦੇ ਨੇ ਜੀ। ਪਰ ਜਿਹੜੇ ਮੁੱਦੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੜੇ ਕੀਤੇ ਸੀ, ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸਪੋਰਟ ਮਿਲੀ, ਸੁਖਜਿੰਦਰ ਰੰਧਾਵਾ ਨੇ ਵੀ, ਤ੍ਰਿਪਤ ਰਜਿੰਦਰ ਬਾਜਵਾ ਨੇ ਵੀ, ਪ੍ਰਗਟ ਸਿੰਘ ਨੇ ਤੇ ਹੋਰਨਾਂ ਨੇ ਸਪੋਰਟ ਕੀਤੀ, ਚਰਨਜੀਤ ਸਿੰਘ ਚੰਨੀ ਨੇ ਵੀ ਸਪੋਰਟ ਕੀਤੀ ਜੀ ਕਿ ਆਹ ਮੁੱਦੇ ਨੇ, ਅਸੀਂ ਸਰਕਾਰ ਨੂੰ ਇਸ ਮੁੱਦਿਆਂ ਤੇ ਘੇਰਦੇ ਹਾਂ ਤੇ ਦੱਸੋ ਇਹਨਾਂ ਦੇ ਜਵਾਬ ਕੀ ਨੇ। ਬਿਲਕੁਲ, ਸਰਕਾਰ ਨੇ ਜਵਾਬ ਦੇਣ ਦੀ ਥਾਂ ਤੇ ਆਪਣੀ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਜੀ। ਪਰ ਉਹ ਲਾਮਬੰਦੀ ਨਹੀਂ ਚੱਲੀ, ਇਹ ਲਾਮਬੰਦੀ ਜ਼ਿਆਦਾ ਸਟਰੋਂਗ ਹੋ ਕੇ ਨਿਕਲੀ ਤੇ ਵਿਧਾਇਕ ਜਿਹੜੇ ਸੀ ਜ਼ਿਆਦਾ ਵਿਰੁੱਧ ਹੋ ਗਏ ਤੇ ਅਸਤੀਫਾ ਦੇਣਾ ਪੈ ਗਿਆ ਜੀ। ਪਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਜੋ ਉਹਨਾਂ ਦੀ ਇੱਕ ਜ਼ਿੰਮੇਵਾਰੀ ਸਰਕਾਰ ਬਣਾਉਣ ਦੇ ਵਿੱਚ ਬਣਦੀ ਸੀ, ਮੰਤਰੀ ਮੰਡਲ ਦੇ ਵਿੱਚ ਮੁੱਖ ਮੰਤਰੀ ਨੂੰ ਬਣਾਉਣ ਦੇ ਵਿੱਚ, ਉਹਨਾਂ ਨੂੰ ਉੱਥੇ ਤੱਕ ਸੀਮਿਤ ਰਹਿਣ ਦਿੱਤਾ ਗਿਆ ਜੀ। ਉੱਥੇ ਇੱਕ ਅਹੁਦੇ ਤੱਕ ਉਹਨਾਂ ਨੂੰ ਕਹਿਤਾ ਕਿ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਤੁਸੀਂ ਸਹਿਮਤ ਹੋ, ਚਲੋ ਠੀਕ ਹੈ। ਫਿਰ ਆਪਣੀਆਂ ਮਰਜ਼ੀਆਂ ਕੀਤੀਆਂ ਗਈਆਂ ਜੀ। ਬਿਲਕੁਲ, ਐਡਵੋਕੇਟ ਜਨਰਲ ਦੀ ਗੱਲ ਕੀਤੀ ਤੇ ਉਹ ਕਹਿੰਦੇ ਕਿ ਦੇਖੋ ਅਸੀਂ ਗੱਲ ਕੋਈ ਹੋਰ ਕੀਤੀ ਸੀ ਤੇ ਫਿਰ ਐਡਵੋਕੇਟ ਜਨਰਲ ਇਹੋ ਜਿਹਾ ਲਾ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਬਿਲਕੁਲ, ਜਿਹੜੇ ਪੁਰਾਣੇ ਮੁੱਦਿਆਂ 'ਚ ਪਹਿਲਾਂ ਹੀ ਪੁਰਾਣੇ ਮੁੱਦਿਆਂ 'ਚ ਪਹਿਲਾਂ ਹੀ ਘਿਰੇ ਹੋਏ ਨੇ। ਬਿਲਕੁਲ, ਇਸੇ ਤਰ੍ਹਾਂ ਡੀਜੀਪੀ ਦੀ ਨਿਯੁਕਤੀ ਹੈ, ਬਿਲਕੁਲ, ਦਾਗੀ ਮੰਤਰੀਆਂ ਨੂੰ ਵਿੱਚ ਸ਼ਾਮਲ ਕਰਨ ਦਾ ਮੁੱਦਾ ਹੈ, ਬਿਲਕੁਲ, ਕਈ ਸਲਾਹਕਾਰ ਇਹੋ ਜਿਹਾ ਵਿੱਚ ਵਾੜ ਲੈ ਜੀ। ਤੇ ਫਰਕ ਫਿਰ ਕੀ ਰਹਿ ਗਿਆ। ਬਿਲਕੁਲ, ਫਿਰ ਜਵਾਬ ਲੋਕਾਂ ਨੂੰ ਕਿਵੇਂ ਦੇਣਾ। ਬਿਲਕੁਲ, ਉਹ 2-4 ਦਿਨ ਅੰਦਰੋਂ ਅੰਦਰ ਰਿੱਝਦੇ ਰਹੇ, ਕੁੜਦੇ ਰਹੇ, ਜੀ। ਫਿਰ ਉਹਨਾਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਨੇ ਅਸਤੀਫਾ ਦਿੱਤਾ। ਜਿਹੜਾ ਤੁਸੀਂ ਸਵਾਲ ਕੀਤਾ ਜੀ ਕਿ ਸੱਚੇ ਨੇ ਕਿ ਨਹੀਂ, ਬਿਲਕੁਲ, ਮੈਂ ਸਮਝਦਾ ਕਿ ਜਿਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਹਨਾਂ ਨੇ 99% ਕਾਂਗਰਸੀ ਨਾਰਾਜ਼ ਕਰ ਲਏ ਜੀ। ਕੋਈ 1% ਉਹਨਾਂ ਦੇ ਨਾਲ ਸੀ ਜਿਨ੍ਹਾਂ ਵਿੱਚ ਰਜ਼ੀਆ ਸੁਲਤਾਨਾ ਸੀ ਬਿਲਕੁਲ ਤੇ ਮੁਹੰਮਦ ਮੁਸਤਫਾ ਤੇ ਅੱਜ ਵੀ ਬੋਲੇ ਨੇ ਜੀ। ਪਰ ਹੌਲੀ ਹੌਲੀ ਜਿਵੇਂ ਉਹਨਾਂ ਨੇ ਅਗਲੇ ਦਿਨ ਪੱਤੇ ਖੋਲੇ ਨੇ, ਕਿਆ ਗੱਲਾਂ ਹੋਈਆਂ ਨੇ ਤੇ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਗਏ ਨੇ ਜੀ ਪੰਜਾਬ ਭਵਨ ਦੇ ਵਿੱਚ, ਉੱਥੋਂ ਫਿਰ ਸਾਬਤ ਹੋਇਆ ਗੱਲ ਕੁਝ ਹੈ। ਬਿਲਕੁਲ, ਤੇ ਅੱਜ ਤਬਾਦਲਿਆਂ ਦੀ ਗੱਲ ਹੋ ਰਹੀ ਹੈ। ਜੀ। ਇਹ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੇਣ ਦਾ ਡਰਾਮਾ ਕਹਿ ਲਓ, ਧਮਕੀ ਕਹਿ ਲਓ ਜਾਂ ਅਸਲੀਅਤ ਕਹਿ ਲਓ ਜੀ, ਇਹ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਜੀ। ਤੇ ਉਸੇ ਕਰਕੇ ਬੈਕਗਰ ਜਿਹੜਾ ਲੱਗਾ, ਜਿਹੜਾ ਦੌੜ ਪਿਆ ਸੀ ਮੁੱਖ ਮੰਤਰੀ ਸਾਹਿਬ ਵੀ ਬਿਲਕੁਲ ਕਿ ਆਹ ਜਿਹੜੇ ਮੁੱਦੇ ਨੇ ਛੱਡ ਦਿਓ ਹੁਣ, ਜੀ। ਇਹ ਪੰਜਾਬ ਦੇ ਮੁੱਦੇ ਨਹੀਂ, ਹੁਣ ਵੋਟਾਂ ਦੀ ਗੱਲ ਕਰੀਏ, ਉੱਥੇ ਮੱਥਾ ਟੇਕ ਆਈਏ, ਉੱਥੇ ਜਾਈਏ, ਉੱਧਰ ਜਾਈਏ, ਬੱਲੇ ਬੱਲੇ ਕਰਾਈਏ, ਕਿਤੇ ਭੰਗੜਾ ਪਾਈਏ, ਕਿਤੇ ਚਾਹ ਪੀਈਏ। ਬਿਲਕੁਲ, ਉਹ ਰਾਜਨੀਤੀ ਚੱਲ ਪਈ ਸੀ। ਚਲੋ ਚੱਲੀ ਜਾਵੇ, ਜੀ। ਚੱਲਣੀ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਕੋਈ ਫਾਇਦਾ ਹੋ ਸਕਦਾ, ਜੀ। ਪਰ ਧਿਆਨ ਇੱਧਰ ਵੀ ਦਿਓ। ਜੀ। ਆਹ ਮੁੱਦਿਆਂ ਦੀ ਗੱਲ ਹੋਣੀ ਹੈ, ਬੇਅਦਬੀ ਕਾਂਡ ਦੀ ਗੱਲ ਹੋਣੀ ਹੈ। ਜੀ। ਹਾਂਜੀ, ਤੇ ਜਿਹੜੇ ਕੋਟਕਪੂਰਾ ਗੋਲੀ ਕਾਂਡ ਦੀ ਗੱਲ ਹੋਵੇਗੀ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਘੇਰਿਆ ਜੀ, ਜਿਹੜੇ ਉਹਨਾਂ ਦੇ ਸਿੱਧੇ ਵਿਰੁੱਧ ਬੋਲੇ ਨੇ, ਰਵਨੀਤ ਬਿੱਟੂ, ਉਹਨਾਂ ਨੂੰ ਪੁੱਛਿਆ ਕਿਸੇ ਨੇ ਪ੍ਰਧਾਨ ਸਾਹਿਬ, ਕਹਿੰਦੇ ਕਿਹੜੇ ਪ੍ਰਧਾਨ ਸਾਹਿਬ। ਇਸ ਤਰ੍ਹਾਂ ਸਰਕੈਸਟਿਕਲੀ ਗੱਲ ਕਰਕੇ ਕੋਈ ਬਹੁਤਾ ਉਹਨਾਂ ਨੇ ਹਾਸਲ ਨਹੀਂ ਕਰਨਾ। ਨਵਜੋਤ ਸਿੰਘ ਸਿੱਧੂ ਦਾ ਵਿਅਕਤੀਤਵ ਰਵਨੀਤ ਬਿੱਟੂ ਤੋਂ ਵੱਡਾ ਹੈ, ਇਹ ਉਹ ਖੁਦ ਵੀ ਜਾਣਦੇ ਨੇ। ਜੀ। ਮਨੀਸ਼ ਤਿਵਾੜੀ ਨੇ ਗੱਲ ਕੀਤੀ ਸੀ ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ, ਵੱਡੀ ਭਾਬੀ ਦੇਂਦੀ ਮੱਤ, ਤੇ ਅਖੀਰ ਦੇ ਵਿੱਚ ਉਹ ਨਾ ਕਿ ਰੋ ਹੱਸ ਲਾਉਂਦੀਆਂ ਜਾ ਰਹੀਆਂ ਤੇ ਰੋ ਦੇਂਦੀਆਂ ਛੱਡ। ਬਿਲਕੁਲ। ਤੇ ਮੈਨੂੰ ਹੋਰ ਲਾਈਨਾਂ ਯਾਦ ਆ ਰਹੀਆਂ ਨੇ ਨੰਦ ਲਾਲ ਨੂਰਪੁਰੀ ਦੀਆਂ। ਜੀ। ਉਹ ਕਹਿੰਦੇ ਨੇ ਕਿ ਇੱਥੋਂ ਉੱਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਗੱਡੀਆਂ ਫਾਈਆਂ, ਤੂੰ ਛੁਰੀ ਹੇਠ ਨਾ ਆ। ਬਿਲਕੁਲ, ਇਹ ਜ਼ਿਆਦਾ ਟੁਕਦੀ ਹੈ, ਜ਼ਿਆਦਾ ਟੁਕਦੀ ਹੈ। ਬਿਲਕੁਲ ਬਿਲਕੁਲ ਕੁਲਦੀਪ ਜੀ, ਅਸੀਂ ਜੇ ਗੱਲ ਕਰੀਏ, ਤੁਹਾਡਾ ਕਹਿਣਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਉਹਨਾਂ ਨੇ ਜੇ ਕਦਮ ਚੁੱਕਿਆ ਤਾਂ ਪੰਜਾਬ ਦੇ ਭਲੇ ਲਈ ਹੀ ਚੁੱਕਿਆ। ਬਿਲਕੁਲ ਭਲੇ ਲਈ ਹੀ ਚੁੱਕਿਆ।
ਜਿਹੜੇ ਲੋਕ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਵਿੱਚ ਰਹਿ ਕੇ ਹੀ ਗੱਲ ਕਰਨੀ ਚਾਹੀਦੀ ਸੀ। ਬਿਲਕੁਲ। ਵਿੱਚ ਰਹਿ ਕੇ ਜੋ ਬਣਦਾ ਸੀ, ਜੋ ਬਾਕੀਆਂ ਨੇ ਅੱਜ ਤੱਕ ਬਣਾ ਲਿਆ, ਉਹ ਸਾਡੇ ਸਾਹਮਣੇ ਹੈ। ਬਿਲਕੁਲ। ਜੇ ਅਸਤੀਫਾ ਦੇਣ ਦੀ ਧਮਕੀ ਨਾਲ ਹੀ ਕੁਝ ਬਣਦਾ ਤਾਂ ਫਿਰ ਇਦਾਂ ਸਹੀ। ਜੀ ਬਿਲਕੁਲ ਬਿਲਕੁਲ ਕੁਲਦੀਪ ਜੀ, ਅਸੀਂ ਇਹ ਚਰਚਾ ਜਾਰੀ ਰੱਖਾਂਗੇ ਤੇ ਬ੍ਰੇਕ ਤੋਂ ਬਾਅਦ ਅਸੀਂ ਦੇਖਾਂਗੇ ਕਿ ਸੁਨੀਲ ਜਾਖੜ ਕਿੰਨੇ ਕੁ ਸੱਚੇ, ਕਿੰਨੇ ਕੁ ਝੂਠੇ, ਕਿੰਨੇ ਕੁ ਕਿਸੇ ਬਾਰੇ ਬਿਆਨਬਾਜ਼ੀ ਕਰ ਰਹੇ ਨੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕੁਲਦੀਪ ਜੀ, ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਕਦਮ ਚੁੱਕਿਆ, ਪਰ ਇਹ ਵੀ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਕੁਰਸੀ ਦਿੱਤੀ ਗਈ ਹੈ, ਉਹ ਸੁਨੀਲ ਜਾਖੜ ਦੀ ਕੁਰਸੀ ਜਿਹੜੀ ਖੋਹ ਕੇ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਗਈ ਹੈ। ਤੇ ਕਿਤੇ ਨਾ ਕਿਤੇ ਜਾ ਕੇ ਸ਼ਾਇਦ ਸੁਨੀਲ ਜਾਖੜ ਵੀ ਥੋੜੇ ਬਹੁਤ ਗੁੱਸੇ 'ਚ ਜ਼ਰੂਰ ਹੋਣਗੇ, ਕਿਉਂਕਿ ਉਹ ਰੋਜ਼ ਥੋੜੇ ਦਿਨਾਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਵੀ ਕੋਈ ਨਾ ਕੋਈ ਬਿਆਨ ਕਰ ਦਿੰਦੇ ਨੇ। ਤੇ ਹੁਣ ਉਹਨਾਂ ਨੇ ਇੱਕ ਕੈਪਟਨ ਨੂੰ ਲੈ ਕੇ ਉਹਨਾਂ ਨੇ ਇੱਕ ਟਵੀਟ ਕਰ ਦਿੱਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਕੁਝ ਤੋਂ ਮਜਬੂਰੀਆਂ ਰਹੀ ਹੋਂਗੀ, ਯੂੰ ਹੀ ਕੋਈ ਬੇਵਫਾ ਨਹੀਂ ਹੋਤਾ। ਕਿ ਤੁਹਾਨੂੰ ਕੀ ਲੱਗਦਾ ਕਿ ਸ਼ਾਇਦ ਕਿਧਰੇ ਆਪਣੇ ਦਿਲ ਦੀ ਪੜਾਸ ਨਹੀਂ ਸੁਨੀਲ ਜਾਖੜ ਕੱਢ ਰਹੇ? ਹਰਪ੍ਰੀਤ ਜੀ, ਇਸ ਤਰ੍ਹਾਂ ਜਿਵੇਂ ਇੱਕ ਹਾਲ ਦੇ ਵਿੱਚ ਕੋਈ ਫਿਲਮ ਦੇਖ ਰਿਹਾ ਹੋਈਏ ਜੀ, ਤੇ ਸਾਨੂੰ ਆਪਣੀ ਕੁਰਸੀ ਖਾਲੀ ਕਰਨੀ ਪੈ ਜਾਏ ਕਿਸੇ ਲਈ ਜੀ, ਉਹ ਕਹਿਣ ਜੀ ਉੱਠੋ ਇੱਥੋਂ, ਬਿਲਕੁਲ ਤੁਸੀਂ ਖੜੇ ਹੋ ਜਾਓ ਸਾਈਡ ਤੇ, ਬਿਲਕੁਲ ਇਸ ਕੁਰਸੀ ਤੇ ਕਿਸੇ ਹੋਰ ਨੇ ਬੈਠਣਾ ਹੁਣ। ਬਿਲਕੁਲ। ਤੇ ਫਿਰ ਕੁਝ ਸਮੇਂ ਬਾਅਦ ਜੀ ਤੁਹਾਨੂੰ ਜਿਹੜੀ ਸਭ ਤੋਂ ਵੱਡੀ ਕੁਰਸੀ ਆ ਉਹ ਆਫਰ ਹੋ ਜਾਂਦੀ ਹੈ ਕਿ ਕੋਈ ਨਹੀਂ, ਉਹ ਕੁਰਸੀ ਤੁਹਾਡੇ ਕੋਲੋਂ ਛੁਡਵਾ ਲਈ ਸੀ, ਤੁਸੀਂ ਹੁਣ ਸਭ ਤੋਂ ਵੱਡੀ ਤੇ ਬੈਠ ਜਾਓ। ਜੀ, ਤੁਸੀਂ ਬਾਗੋ ਬਾਗ ਹੋ ਜਾਂਦੇ ਹੋ। ਬਿਲਕੁਲ। ਮੈਂ ਤਾਂ ਅਪਗ੍ਰੇਡ ਹੋ ਗਿਆ ਤੇ ਮੈਨੂੰ ਹੋਰ ਕੀ ਚਾਹੀਦਾ ਸੀ? ਬਿਲਕੁਲ। ਪ੍ਰਧਾਨਗੀ ਦੀ ਕੁਰਸੀ ਤੋਂ ਕੀ ਲੈਣਾ ਸੀ? ਮੈਨੂੰ ਤਾਂ ਮੁੱਖ ਮੰਤਰੀ ਦੀ ਮਿਲਣ ਲੱਗੀ ਸੀ। ਜੀ। ਸੁਨੀਲ ਜਾਖੜ ਦੀਆਂ ਨਾਰਾਜ਼ਗੀਆਂ 3 ਵਾਰੀ ਸਾਹਮਣੇ ਆਈਆਂ। ਪਹਿਲਾ ਤੇ ਦਰਦ ਉਹਨਾਂ ਦਾ ਉਸੇ ਦਿਨ ਛਲਕਿਆ ਜਿੱਦਣ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ਹੋਇਆ, ਸੋ ਕਾਲਡ। ਜੀ। ਉੱਥੇ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ, ਉਹ ਦਰਦ ਉਹ ਅੰਦਰੋਂ ਬਿਆਨ ਕਰ ਰਹੇ ਸੀ। ਬਿਲਕੁਲ। ਉਹੋ ਹੀ ਕਾਂਗਰਸ ਪਾਰਟੀ ਦੇ ਪੁਰਾਣੇ ਰੋਣੇ ਵਾਸਤੇ ਉਹਨਾਂ ਨੇ ਪਾਏ ਕਿ ਕਿਵੇਂ ਸਿਸਟਮ ਚੱਲਦਾ ਹੈ, ਕਿਵੇਂ ਆ, ਫਲਾਨਾ ਹੈ, ਕੌਣ ਹੈ, ਸ਼ੇਰੋ ਸ਼ਾਇਰੀ, ਕੋਈ ਅੰਗਰੇਜ਼ੀ ਦੀਆਂ ਕਹਾਵਤਾਂ, ਈਡੀਅਮਸ, ਕੋਈ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ। ਬਿਲਕੁਲ। ਪਰ ਉਹ ਪਾਸੇ ਹੋ ਗਏ। ਹੁਣ ਜਦੋਂ ਪਾਸੇ ਹੁੰਦੇ ਨੇ ਤੇ ਮੁੜ ਕੇ ਕੁਝ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਵਾਰੀ ਆ ਜਾਂਦੀ ਕੁਰਸੀ ਤੋਂ ਉਤਰਨ ਦੀ। ਬਿਲਕੁਲ। ਤੇ ਨਾਮ ਆਉਂਦਾ ਜੀ ਅਗਲੇ ਮੁੱਖ ਮੰਤਰੀ ਸੁਨੀਲ ਜਾਖੜ ਹੋਣਗੇ। ਬੱਲੇ ਬੱਲੇ ਹੋ ਜਾਂਦੀ ਹੈ ਸੁਨੀਲ ਜਾਖੜ। ਫਿਰ ਇੱਕ ਬੀਬੀ ਜੀ ਆਉਂਦੇ ਨੇ, ਅੰਬਿਕਾ ਸੋਨੀ, ਉਹਨਾਂ ਨੂੰ ਮੌਕੇ ਤੇ ਲਾਇਆ ਜਾਂਦਾ ਪੰਜਾਬ ਦੇ ਕਿ ਤੁਸੀਂ ਮੁੱਖ ਮੰਤਰੀ ਉੱਥੇ ਕੋਈ ਵਧੀਆ ਜਿਹਾ ਬਣਾ ਕੇ ਆਓ। ਜੀ। ਤੇ ਉਹ ਆ ਕੇ ਕੋਈ ਤੀਰ ਚਲਾਉਂਦੇ ਨੇ ਤੇ ਸੁਨੀਲ ਜਾਖੜ ਦਾ ਨਾਮ ਸੂਚੀ ਵਿੱਚੋਂ ਪਾਸੇ ਹਟ ਜਾਂਦਾ ਹੈ। ਤੇ ਜਾਂਦੇ ਜਾਂਦੇ ਅੰਬਿਕਾ ਸੋਨੀ ਜੀ ਕਹਿ ਜਾਂਦੇ ਨੇ, ਨਹੀਂ ਗੱਲ ਨਹੀਂ ਬਣਨੀ, ਪੰਜਾਬ ਵਿੱਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਚਾਹੀਦਾ। ਤੇ ਸੁਨੀਲ ਜਾਖੜ ਪਹਿਲਾਂ ਤਾਂ ਚੁੱਪ ਕਰ ਜਾਂਦੇ ਨੇ। ਜੀ। ਫਿਰ ਕੁਝ ਸਮੇਂ ਬਾਅਦ ਜਿਹੜਾ ਉਹਨਾਂ ਦੇ ਖਿਲਾਫ ਲਿਖਦੇ ਨੇ ਨਾਮ ਲਏ ਤੋਂ ਬਿਨਾਂ ਕਿ ਨਾਮ ਨਹੀਂ ਮੈਂ ਲੈਣਾ, ਇੱਕ ਸੀਨੀਅਰ ਕਾਂਗਰਸੀ ਆਗੂ ਨੇ ਗੈਰ ਜ਼ਿੰਮੇਵਾਰਾਨਾ ਗੱਲ ਕੀਤੀ ਹੈ, ਅਸੀਂ ਇਸ ਤਰ੍ਹਾਂ ਦੀ ਪਾਰਟੀ ਨਹੀਂ, ਅਸੀਂ ਕੋਈ ਇੱਕ ਫਿਰਕੇ ਨੂੰ, ਇੱਕ ਧਰਮ ਦੀ ਗੱਲ ਨਹੀਂ ਕਰਨ ਵਾਲੇ, ਤੇ ਨਾਮ ਲੈਣ ਦੀ ਲੋੜ ਨਹੀਂ। ਪਰ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਕਹਿਣਾ ਨਹੀਂ ਸੀ ਚਾਹੀਦਾ। ਜ਼ਾਹਿਰ ਹੈ ਬਿਲਕੁਲ ਕਾਂਗਰਸ ਪਾਰਟੀ ਦਾ ਇੱਕ ਆਪਣਾ ਸਿਸਟਮ ਤੇ ਉਹ ਬਿਆਨ ਕਰ ਰਹੇ ਸੀ, ਪਰ ਅਸਲੀਅਤ ਦੇ ਅੰਦਰ ਇਹ ਨਹੀਂ ਨਾ, ਦਰਦ ਤੇ ਉਹਨਾਂ ਦਾ ਆਪਣਾ ਨਿਕਲ ਰਿਹਾ ਸੀ। ਬਿਲਕੁਲ। ਭਾਵੇਂ ਉਹਨਾਂ ਨੇ ਤਰੀਕਾ ਹੋਰ ਲੱਭਿਆ ਹੋਵੇ। ਜੀ। ਦੂਜੀ ਵਾਰੀ ਸੁਨੀਲ ਜਾਖੜ ਉਦੋਂ ਬੋਲੇ ਨੇ ਤੇ ਤੀਜੀ ਵਾਰੀ ਹੁਣ ਬੋਲੇ ਨੇ, ਤੇ ਨਾ ਝੰਗ ਛੁੱਟਿਆ, ਨਾ ਕੰਨ ਪਾਟੇ, ਝੁੰਡ ਲੰਘ ਗਿਆ ਜਹੀਰਾਂ ਦਾ। ਬਿਲਕੁਲ। ਨਾ ਪ੍ਰਧਾਨਗੀ ਦੀ ਕੁਰਸੀ ਤੇ ਨਾ ਮੁੱਖ ਮੰਤਰੀ ਦੀ ਕੁਰਸੀ। ਬਿਲਕੁਲ। ਤੇ ਇਹ ਤੇ ਖਾਲੀ ਹੋ ਕੇ ਬਹਿ ਗਏ। ਤੇ ਫਿਰ ਬਣੇਗਾ ਕੀ? ਬਿਲਕੁਲ। ਹੁਣ ਫਿਰ ਉਹਨਾਂ ਦੇ ਨਿਸ਼ਾਨੇ ਤੇ ਆਇਆ ਨਵਜੋਤ ਸਿੱਧੂ। ਬਿਲਕੁਲ। ਤੇ ਇਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਤੇ ਮੈਨੂੰ ਤੇ ਕੁਝ ਮਿਲਿਆ ਨਾ। ਸੁਨੀਲ ਜਾਖੜ ਹੁਣ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲੇ ਨੇ, ਇਨਫ ਇਜ਼ ਇਨਫ ਕਹਿੰਦੇ। ਬਿਲਕੁਲ। ਹਾਈ ਕਮਾਨ ਨੂੰ ਇਸ ਤਰ੍ਹਾਂ ਫੈਸਲਾ ਲੈਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਨੂੰ ਕੋਈ ਚੈਲੰਜ ਨਾ ਕਰ ਸਕੇ। ਮੁੱਖ ਮੰਤਰੀ ਤੇ ਸ਼ੱਕ ਕਰ ਰਿਹਾ, ਸ਼ੱਕ ਹੁੰਦਾ ਤੇ ਹੋਵੇ। ਜੇ ਕਿਸੇ ਦੀ ਕਾਰਜਸ਼ੈਲੀ ਤੇ ਸ਼ੱਕ ਨਹੀਂ ਕਰਨਾ, ਇਦਾਂ ਦੀ ਤੇ ਅਥਾਰਟੀ ਪੰਜਾਬ, ਇੰਡੀਆ ਦੇ, ਭਾਰਤ ਦੇ ਰਾਸ਼ਟਰਪਤੀ ਦੀ ਵੀ ਨਹੀਂ ਹੈ। ਬਿਲਕੁਲ। ਚੀਫ ਆਫ ਦੀ ਆਰਮੀ ਸਟਾਫ ਦੀ ਵੀ ਸ਼ਾਇਦ ਨਾ ਹੋਵੇ। ਜੀ। ਅਮਰੀਕਾ ਦੇ ਰਾਸ਼ਟਰਪਤੀ ਦੀ ਵੀ ਨਹੀਂ ਹੈ। ਜਦੋਂ ਕਿਸੇ ਦੀ ਕਾਰਜਕੁਸ਼ਲਤਾ ਤੇ ਕਾਰਜਸ਼ੈਲੀ ਤੇ ਉਹਦੇ ਤੌਰ ਤਰੀਕਿਆਂ ਤੇ ਸ਼ੱਕ ਹੋਣਾ ਹੈ ਜੀ, ਤੇ ਫਿਰ ਵਿਅਕਤੀਆਂ ਨੇ ਸ਼ੱਕ ਕਰਨਾ ਤੇ ਉਸ ਨੂੰ ਸ਼ੱਕ ਨੂੰ ਕਲੀਅਰ ਕਰਨਾ ਫਰਜ਼ ਤੇ ਫਿਰ ਉਸ ਅਹੁਦੇ ਵਾਲੇ ਦਾ ਹੁੰਦਾ ਹੈ। ਬਿਲਕੁਲ। ਮੁੱਖ ਮੰਤਰੀ ਚੰਨੀ ਤੇ ਗੱਲ ਉਹਨਾਂ ਦਾ ਵਾਸਤਾ ਪਾ ਕੇ ਦੇਖੋ ਜੀ ਕਿ ਐਡਵੋਕੇਟ ਜਨਰਲ ਹਟਾਉਣਾ ਜਾਂ ਡੀਜੀਪੀ ਨੂੰ ਹਟਾਉਣਾ ਜਦੋਂ ਮੰਗ ਕਰਦਾ ਨਵਜੋਤ ਸਿੰਘ ਸਿੱਧੂ, ਤੇ ਇਹ ਤੇ ਉਹਨਾਂ ਦੁਆਰਾ ਕੀਤੀਆਂ ਨਿਯੁਕਤੀਆਂ ਨੇ, ਤੇ ਇਹ ਤਾਂ ਫਿਰ ਮੁੱਖ ਮੰਤਰੀ ਤੇ ਸਿੱਧੀ ਸ਼ੱਕ ਦੀ ਸੂਈ ਜਾਂਦੀ ਹੈ। ਜੀ। ਮੈਂ ਸਮਝਦਾ ਸੁਨੀਲ ਜਾਖੜ ਜਿਸ ਐਂਗਲ ਤੋਂ ਬੋਲ ਰਹੇ ਨੇ, ਇੰਨੀ ਦੁੱਧ ਧੋਤੀ ਜਾਂ ਇਹੋ ਜਿਹਾ ਕਲੀਨ ਸਿਸਟਮ ਵਾਲੀ ਕਾਂਗਰਸ ਪਾਰਟੀ ਹੈ ਨਹੀਂ। ਜੀ।
ਜਿਸ ਤਰ੍ਹਾਂ ਦਾ ਉਹ ਇੱਕ ਇੱਥੇ ਬਿਆਨਬਾਜ਼ੀ ਕਰ ਰਹੇ ਨੇ, ਬਿਲਕੁਲ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਇੱਕ ਪਾਸੇ ਖੂੰਜੇ ਲਾਉਣ ਲਈ ਗੱਲ ਕਰ ਰਹੇ ਨੇ। ਜੀ ਸੋ ਸੁਨੀਲ ਜਾਖੜ ਦੇ ਬਿਆਨ ਦੀ ਕੋਈ ਬਹੁਤੀ ਅਹਿਮੀਅਤ ਰਹਿ ਨਹੀਂ ਜਾਣੀ। ਹਾਈ ਕਮਾਨ ਕਿੰਨਾ ਕੁ ਸਟਰੋਂਗਲੀ ਗੁੱਸਾ ਕਰ ਸਕਦੀ ਹੈ ਉਹ ਹਾਈ ਕਮਾਨ ਨੇ ਦਿਖਾ ਦਿੱਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿੰਨੇ ਫੈਸਲੇ ਡਿਲੇ ਕਰਕੇ ਲਮਕਾ ਕੇ ਉਹਨਾਂ ਨੇ ਲਏ ਨੇ, ਹਾਈ ਕਮਾਨ ਦੇ ਵਿੱਚ ਇੰਨੀ ਤਾਕਤ ਨਹੀਂ ਹੈ। ਕਦੇ ਹਾਈ ਕਮਾਨ ਕਾਂਗਰਸ ਦੀ ਇਦਾਂ ਦੀ ਹੋਇਆ ਕਰਦੀ ਸੀ ਬਿਲਕੁਲ ਕਿ ਜੋ ਬੰਦ ਲਿਫਾਫੇ ਦੇ ਵਿੱਚ ਦਿੱਲੀੋਂ ਆ ਜਾਂਦਾ ਹੈ ਉਹੀ ਸਾਰਿਆਂ ਦੇ ਸਿਰ ਮੱਥੇ ਹੁੰਦਾ ਸੀ। ਅੱਜ ਉਹ ਗੱਲਾਂ ਰਹੀਆਂ ਨਹੀਂ। ਜਿੱਥੇ ਜਿੱਥੇ ਵੀ ਕਾਂਗਰਸ ਦੀ ਸਰਕਾਰ ਹੈ, ਚਾਹੇ ਰਾਜਸਥਾਨ ਹੋਵੇ, ਛੱਤੀਸਗੜ੍ਹ ਹੋਵੇ, ਸਾਰੇ ਥਾਂ ਤੇ ਇਹਨਾਂ ਦੇ ਖਿਲਾਫ ਬਗਾਵਤਾਂ ਉੱਠੀਆਂ ਹੋਈਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ ਖਾਮਿਆਜ਼ਾ ਭੁਗਤ ਚੁੱਕੇ ਨੇ ਤੇ ਇਹ ਇੱਥੇ ਪੰਜਾਬ ਵਿੱਚ ਅੱਧਾ ਪਚੱਧਾ ਇਹਨਾਂ ਨੂੰ ਇਸ ਕਰਕੇ ਨਹੀਂ ਭੁਗਤਣਾ ਪਿਆ ਕਿਉਂਕਿ ਮੁੱਖ ਮੰਤਰੀ ਬਦਲਿਆ, ਸਰਕਾਰ ਨਹੀਂ ਗਈ, ਰਾਸ਼ਟਰਪਤੀ ਰਾਜ ਨਹੀਂ ਲੱਗਾ, ਮੈਜੋਰਟੀ ਵੱਡੀ ਹੈ, ਇਸ ਕਰਕੇ ਬਚਾਅ ਹੋ ਗਿਆ। ਜੀ ਜੀ ਜਿਹੜਾ ਇੱਕ ਬਾਰ-ਬਾਰ ਗੱਲ ਕਰਦੇ ਨੇ, ਮੈਨੂੰ ਗੱਲ ਆਉਂਦੀ ਹੈ ਜੀ ਕਿ ਪਾਰਟੀ ਦਾ ਨੁਕਸਾਨ ਜਿੰਨੇ ਵੀ ਵਿਅਕਤੀ ਗੱਲ ਕਰਦੇ ਨੇ। ਜੀ ਮੇਰਾ ਇੱਕ ਤੁਹਾਨੂੰ ਸਵਾਲ ਹੈ, ਤੁਸੀਂ ਮੈਨੂੰ ਇਹ ਦੱਸੋ ਕਿ ਪਾਰਟੀ ਵੱਡੀ ਹੈ ਕਿ ਸਾਡਾ ਦੇਸ਼ ਵੱਡਾ ਹੈ ਕਿ ਸਟੇਟ ਵੱਡੀ ਹੈ? ਬਿਲਕੁਲ ਸਾਡਾ ਦੇਸ਼ ਤਾਂ ਹੈ ਹੀ ਹੈ ਵੱਡਾ, ਸਾਡੀ ਸਟੇਟ ਵੀ ਬਹੁਤ ਵੱਡੀ ਹੈ। ਜੇ ਅਸੀਂ ਗੱਲ ਕਰੀਏ ਇਸ ਵੇਲੇ ਸਾਡਾ ਪੰਜਾਬ ਨਹੀਂ ਸਾਰੇ ਦੇਸ਼ ਦੇ ਵਿੱਚ ਤੂਫਾਨ ਲਿਆਂਦਾ ਹੋਇਆ। ਪੰਜਾਬ ਦੇ ਕਿਸਾਨ ਬਰੂਹਾਂ ਤੇ ਬੈਠੇ ਨੇ ਦਿੱਲੀ ਦੀਆਂ ਤੇ, ਸੋ ਉਹਨਾਂ ਦੇ ਭਲੇ ਲਈ ਸੋਚਣਾ ਤਾਂ ਸਰਕਾਰ ਦਾ ਫਰਜ਼ ਬਣਦਾ ਹੀ ਹੈ। ਜੇ ਅਸੀਂ ਸਰਕਾਰ ਲੋਕਾਂ ਨੇ ਇੱਥੇ ਬਣਾਈ ਹੈ ਤਾਂ ਮੇਰੇ ਹਿਸਾਬ ਨਾਲ ਉਹਨਾਂ ਦੇ ਭਲੇ ਲਈ ਸੋਚਣਾ ਹੀ ਲੋਕਾਂ ਦਾ ਸਰਕਾਰ ਦਾ ਬਣਦਾ ਹੈ। ਕੈਪਟਨ ਸਾਹਿਬ ਨਵੀਂ ਜ਼ਮੀਨ ਤਲਾਸ਼ ਰਹੇ ਨੇ ਤੇ ਹੁਣ ਪਿੱਛੇ ਜੇ ਉਹ ਦਿੱਲੀ ਗਏ ਨੇ ਤੇ ਉਹਨਾਂ ਨੇ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅਮਿਤ ਸ਼ਾਹ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਹੈ ਉਹ ਕਿਸੇ ਰਣਨੀਤੀ ਦਾ ਹਿੱਸਾ ਜਾਂ ਫਿਰ ਕਿਸੇ ਮਜਬੂਰੀ ਦਾ? ਪਹਿਲੀ ਤਾਂ ਗੱਲ ਇਹ ਹੈ ਜੀ ਕਿ ਉਹਨਾਂ ਦੇ ਮੀਡੀਆ ਸਲਾਹਕਾਰ ਵੱਲੋਂ ਤੇ ਖੁਦ ਉਹਨਾਂ ਵੱਲੋਂ ਗੱਲ ਕੀਤੀ ਗਈ ਸੀ ਕਿ ਭਾਈ ਅਟਕਲਾਂ ਨਾ ਲਾਓ, ਅਸੀਂ ਕਪੂਰਥਲਾ ਹਾਊਸ ਖਾਲੀ ਕਰਨ ਜਾਣਾ, ਜੋ ਮੁੱਖ ਮੰਤਰੀ ਰਿਹਾਇਸ਼ ਹੁੰਦੀ ਹੈ ਦਿੱਲੀ ਦੇ ਵਿੱਚ। ਉਹ ਗਏ ਵੀ ਨੇ ਉੱਥੇ ਤੇ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਦਾ ਸ਼ਾਹਾਨਾ ਅੰਦਾਜ਼ ਉਹ ਜ਼ਿੰਦਗੀ ਜਿਉਂਦੇ ਨੇ ਤੇ ਖੁਦ ਤੇ ਸਮਾਨ ਨਹੀਂ ਚੁੱਕਿਆ ਹੋਵੇਗਾ ਤੇ ਉਹਨਾਂ ਕੋਲ ਬਹੁਤ ਸਾਰਾ ਅਮਲਾ ਫੈਲਾ ਹੁੰਦਾ। ਖੈਰ ਉਹ ਗਏ ਨੇ ਕਪੂਰਥਲਾ ਹਾਊਸ ਤੇ ਉਹਨਾਂ ਨੇ ਉੱਥੋਂ ਖਾਲੀ ਕੀਤਾ। ਉਸ ਤੋਂ ਬਾਅਦ ਅਮਿਤ ਸ਼ਾਹ ਨੂੰ ਉਹ 45 ਮਿੰਟਾਂ ਲਈ ਮਿਲੇ ਨੇ। ਜੇ ਰਿਕਾਰਡ ਫੋਲ ਕੇ ਦੇਖ ਲਿਆ ਜਾਵੇ, ਜਿੰਨੀ ਦੇਰ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਬਣਿਆ ਨੂੰ ਹੋਈ ਹੈ, ਇਸ ਸਮੇਂ ਦੇ ਵਿੱਚ ਅਮਿਤ ਸ਼ਾਹ ਨਾਲ ਜਿੰਨੀਆਂ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਵਿੱਚ 15 ਮਿੰਟ ਤੋਂ ਵੱਧ ਸਮਾਂ ਕਿਤੇ ਹੀ ਮਿਲਿਆ ਉਹਨਾਂ ਨੂੰ। ਇਸ ਵਾਰੀ ਪੂਰਾ ਪੌਣਾ ਘੰਟਾ ਤੇ ਜਾ ਕੇ ਮਿਲੇ ਨੇ। ਕੋਈ ਮਾਸਕ ਨਹੀਂ ਹੈ, ਕੋਈ ਕੁਛ ਨਹੀਂ ਹੈ, ਬਿਲਕੁਲ ਹੱਥ ਇੱਕ ਦੂਸਰੇ ਦੇ ਫੜੇ ਹੋਏ ਨੇ ਤੇ ਆਪਣੱਤ ਦਾ ਇਜ਼ਹਾਰ ਹੋ ਰਿਹਾ। ਇਸ ਗੱਲ ਦੀਆਂ ਬਹੁਤ ਸਾਰੀਆਂ ਅਟਕਲਾਂ ਲਾਈਆਂ ਗਈਆਂ। ਅਜੀਤ ਡੋਵਾਲ ਜਿਹੜੇ ਕੌਮੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਉਹਨਾਂ ਨੂੰ ਵੀ ਮਿਲੇ ਨੇ। ਉਹ ਸ਼ਾਇਦ ਉਹੀ ਮਸਲਾ ਕਿ ਅਸੀਂ ਬਾਰਡਰ ਸਟੇਟ ਆ, ਫਲਾਨਾ ਹੈ, ਉਹ ਸਾਰੀਆਂ ਗੱਲਾਂ ਹੋਈਆਂ ਹੋਣਗੀਆਂ। ਨਵਜੋਤ ਸਿੰਘ ਸਿੱਧੂ ਨੂੰ ਕਾਊਂਟਰ ਕਰਨ ਲਈ ਉਹ ਵੀ ਇੱਕ ਮੁੱਦਾ ਹੈ। ਹੁਣ ਅਮਿਤ ਸ਼ਾਹ ਵਾਲੀ ਗੱਲ ਕਰਦੇ ਹਾਂ। ਅਮਿਤ ਸ਼ਾਹ ਦੇ ਕੋਲ ਜਾ ਕੇ ਜੋ ਤਾਂ ਪੰਜਾਬ ਦਾ ਮੀਡੀਆ ਤੇ ਸਾਡੇ ਕਿਸਾਨ ਜੋ ਅੰਦਾਜ਼ਾ ਲਾ ਰਹੇ ਆ ਉਹ ਇਹੋ ਹੈ ਕਿ ਉਹਨਾਂ ਕੋਲੋਂ ਖੇਤੀ ਕਾਨੂੰਨ ਵਾਪਸ ਕਰਵਾ ਕੇ ਜਾਂ ਇਹਨਾਂ ਵਿੱਚ ਕੋਈ ਰੱਦੋ ਬਦਲ ਕਰਵਾ ਕੇ ਤੇ ਭਾਜਪਾ ਜੁਆਇਨ ਕਰਕੇ ਤੇ ਫਿਰ ਪੰਜਾਬ ਚੋਣਾਂ ਵਿੱਚ ਕੁੱਦਣਾ ਚਾਹੁੰਦੇ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਤੇ ਇਹ ਕਹਿੰਦੇ ਸੀ ਕਿ ਮੈਂ ਰਾਜਨੀਤਿਕ ਮਿਲਣੀ ਲਈ ਕਿਤੇ ਨਹੀਂ ਗਿਆ ਤੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਨੂੰ ਮਿਲਣਾ ਤੇ ਉਹਨਾਂ ਵੱਲੋਂ ਸਮਾਂ ਮਿਲ ਜਾਣਾ ਵੱਡੀ ਗੱਲ ਹੈ। ਹੁਣ ਮੁੱਖ ਮੰਤਰੀ ਦੇ ਅਹੁਦੇ ਤੇ ਨਹੀਂ ਕੈਪਟਨ ਸਾਹਿਬ, ਚਲੋ ਸਮਾਂ ਮਿਲਿਆ ਤੇ ਉੱਥੇ ਕਹਿੰਦੇ ਕਿ ਮੈਂ ਗੱਲ ਕੀਤੀ ਹੈ ਕਿ ਕਾਨੂੰਨ ਵਾਪਸ ਲੈ ਲਓ ਤੇ ਮੁੜ ਕੇ ਬਾਅਦ ਵਿੱਚ ਥੋੜੇ ਸਮੇਂ ਬਾਅਦ ਕਹਿੰਦੇ ਨੇ ਕਿ ਮੈਂ ਕਾਂਗਰਸ ਛੱਡ ਰਿਹਾ। ਟਵਿੱਟਰ ਹੈਂਡਲ ਤੋਂ ਜਿੱਥੇ ਕਾਂਗਰਸ ਲਿਖਿਆ ਹੁੰਦਾ ਉਹਨਾਂ ਦਾ ਉਹ ਕਾਂਗਰਸ ਲਫ਼ਜ਼ ਵੀ ਹਟਾ ਦਿੰਦੇ ਨੇ, ਪਰ ਨਾਲ ਹੀ ਕਹਿੰਦਾ ਕਿ ਭਾਜਪਾ ਵਿੱਚ ਨਹੀਂ ਜਾ ਰਿਹਾ। ਪਰ ਭਾਜਪਾ ਦੇ ਗ੍ਰਹਿ ਮੰਤਰੀ ਨਾਲ, ਕੇਂਦਰੀ ਗ੍ਰਹਿ ਮੰਤਰੀ ਨਾਲ ਉਹਨਾਂ ਦੀ ਮਿਲਣੀ ਜਿਹੜੀ ਆ ਕਈ ਸ਼ੱਕ ਸ਼ੁਬੇ ਪੈਦਾ ਕਰਦੀ ਹੈ। ਕਿਸਾਨ ਅੰਦੋਲਨ ਦੇ ਬਾਰੇ ਤੇ ਇਹ ਗੱਲ ਇੰਨੀ ਕੁ ਹੈ, ਕਿਸਾਨ ਅੰਦੋਲਨ ਖਤਮ ਹੋਵੇਗਾ ਕਿ ਨਹੀਂ ਹੋਵੇਗਾ, ਕਾਨੂੰਨ ਵਾਪਸ ਹੋਣਗੇ ਕਿ ਨਹੀਂ ਹੋਣਗੇ, ਮੈਂ ਇਸ ਗੱਲ ਤੇ ਯਕੀਨ ਨਹੀਂ ਕਰਨ ਵਾਲਾ ਕਿ ਉਹ ਇਸ ਤਰ੍ਹਾਂ ਕਰਵਾ ਕੇ ਤੇ ਸ਼ਾਇਦ ਅਮਿਤ ਸ਼ਾਹ ਕੋਲੋਂ ਕੁਝ ਇਸ ਤਰ੍ਹਾਂ ਦਾ ਕੰਮ ਕਰਵਾ ਕੇ ਕਿਸਾਨਾਂ ਨੂੰ ਖੁਸ਼ ਕਰਕੇ ਤੇ ਫਿਰ ਭਾਜਪਾ ਦੇ ਵਿੱਚ ਆਉਣ ਦੀ ਤਿਆਰੀ ਕਰਨ। ਲੱਗਦਾ ਨਹੀਂ। ਪਰ ਕੁਝ ਗੱਲਾਂ ਪਿਛਲੀਆਂ ਨੇ ਜਿਹੜੀਆਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ, ਉਹ ਮੈਂ ਆਪ ਜੀ ਨੂੰ ਯਾਦ ਕਰਾਉਣੀਆਂ ਚਾਹੁੰਦਾ। ਇਹ ਕੁਝ ਸਾਲ ਪਹਿਲਾਂ ਸਵਿਸ ਬੈਂਕ ਨੇ 627 ਵਿਅਕਤੀਆਂ ਦੀ ਸੂਚੀ ਦਿੱਤੀ ਸੀ ਸਾਨੂੰ। ਉਹ ਸੂਚੀ ਵਿੱਚ ਬੀਬੀ ਪ੍ਰਨੀਤ ਕੌਰ ਦਾ ਵੀ ਨਾਮ ਸੀ। ਸੁਪਰੀਮ ਕੋਰਟ ਨੂੰ ਜਿਹੜੀ ਸੂਚੀ ਕੇਂਦਰ ਨੇ ਸੌਂਪੀ ਉਸ ਦੇ ਵਿੱਚ ਪ੍ਰਨੀਤ ਕੌਰ ਦਾ ਨਾਮ ਸੀ। ਸਵਿਸ ਸਰਕਾਰ ਤੋਂ ਸਹਿਯੋਗ ਮੰਗ ਕੇ ਭਾਰਤ ਸਰਕਾਰ ਨੇ ਕੈਪਟਨ ਸਾਹਿਬ ਦੇ ਬੇਟੇ ਰਣਿੰਦਰ ਸਿੰਘ ਤੇ ਬੀਬੀ ਪ੍ਰਨੀਤ ਕੌਰ ਦੇ ਵੇਰਵੇ ਮੰਗੇ ਸੀ ਕਿ ਇਹਨਾਂ ਦੀ ਜਾਇਦਾਦ ਕਿੱਥੇ ਕਿੱਥੇ ਕਿੰਨੀ ਹੈ ਤੇ ਸਵਿਸ ਬੈਂਕਾਂ ਵਿੱਚ ਇਹਨਾਂ ਦਾ ਕੀ ਪਿਆ। ਪ੍ਰਨੀਤ ਕੌਰ ਨੇ ਇਹਨਾਂ ਦਾ ਖੰਡਨ ਕੀਤਾ ਕਿ ਸਾਡਾ ਸਵਿਸ ਬੈਂਕਾਂ 'ਚ ਕੋਈ ਲੈਣ ਦੇਣ ਨਹੀਂ ਹੈ, ਸਾਡਾ ਕੋਈ ਖਾਤਾ ਨਹੀਂ ਹੈ। 2018 ਦੇ ਵਿੱਚ ਕੈਪਟਨ ਸਾਹਿਬ ਦੇ ਦਾਮਾਦ ਜਿਹੜੇ ਨੇ
ਸਰ ਗੁਰਪਾਲ ਸਿੰਘ, ਉਹਨਾਂ ਦੀ ਯੂਪੀ ਦੇ ਵਿੱਚ ਖੰਡ ਮਿੱਲ ਹੈ ਜੀ, ਉਹਨਾਂ ਨੂੰ ਐਨਫੋਰਸਮੈਂਟ ਡਾਇਰੈਕਟਰ ਨੇ ਘੇਰਿਆ ਹੋਇਆ ਸੀ ਤੇ ਨਾਲ CBI ਨੇ ਉਹਨਾਂ ਤੇ ਕੇਸ ਪਏ। ਉਹਨਾਂ ਨੇ ਕੇਸ ਦਰਜ ਕੀਤਾ ਕਿ ਇੱਕ ਬਹੁਤ ਕਰੋੜੀ ਘਪਲਾ ਹੋਇਆ ਯੂਪੀ ਦੇ ਹਾਪੜ ਦੇ ਵਿੱਚ। ਜੀ, ਖੰਡ ਮਿੱਲ ਨੂੰ ਸਰਕਾਰ ਤੋਂ ਪੈਸਾ ਆਇਆ ਕਿ ਤੁਸੀਂ 150 ਕਰੋੜ ਦਾ ਕਰਜ਼ਾ ਤੁਹਾਨੂੰ ਦਿੱਤਾ ਜਾਂਦਾ ਹੈ, ਜੀ, ਇਸ ਨੂੰ ਤੁਸੀਂ 5762 ਗੰਨਾ ਉਤਪਾਦਕਾਂ ਨੂੰ ਲੋਨ ਅੱਗੇ ਫਾਰਵਰਡ ਕਰਨਾ ਹੈ ਤਾਂ ਕਿ ਕਿਸਾਨਾਂ ਦੀ ਮਦਦ ਹੋ ਸਕੇ ਤੇ ਫਿਰ ਵਾਪਸ ਹੋਵੇਗਾ ਜੀ, ਮਿਲ ਦੇ ਥਰੂ, ਕਿਉਂ ਮਿਲ 'ਚ ਗੰਨਾ ਸਪਲਾਈ ਹੋਵੇਗਾ ਤੇ ਫਿਰ ਕਰਜ਼ਾ ਆਟੋਮੈਟਿਕਲੀ ਵਾਪਸ ਹੁੰਦਾ। ਬਿਲਕੁਲ। ਉਸ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ 150 ਕਰੋੜ ਦੇ ਵਿੱਚੋਂ 110 ਕਰੋੜ ਜਿਹੜਾ ਸੀ ਉਹ ਹੋਰ ਕੰਮਾਂ ਲਈ ਖਰਚ ਦਿੱਤਾ ਗਿਆ, ਕਿਸਾਨਾਂ ਤੱਕ ਸਿਰਫ 40 ਕਰੋੜ ਪਹੁੰਚਿਆ। ਜੀ, ਇਸ ਦੀ ਜਾਂਚ ਅਜੇ ਚੱਲ ਰਹੀ ਹੈ ਤੇ ਕੋਰਟ ਨੇ ਇੱਕ ਵਾਰੀ ਤੇ CBI ਨੇ ਖੰਡ ਮਿੱਲ ਦੇ ਨਾਲ ਜੁੜੀਆਂ ਹੋਈਆਂ ਸੰਪਤੀਆਂ ਨੂੰ ਕੁਰਕ ਕਰਨ ਦੇ ਆਦੇਸ਼ ਵੀ ਦਿੱਤੇ ਸਨ। ਜੀ, ਇਹ ਐਨਫੋਰਸਮੈਂਟ ਡਾਇਰੈਕਟਰ ਤੇ CBI, ਜੀ, ਇਹ ਵੀ ਉਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਥੱਲੇ ਆਉਂਦਾ ਹੈ। ਜੀ, ਇਸੇ ਤਰ੍ਹਾਂ 2018 ਦੇ ਵਿੱਚ ਐਨਫੋਰਸਮੈਂਟ ਡਾਇਰੈਕਟਰ ਨੇ ਰਾਣਿੰਦਰ ਸਿੰਘ ਤੇ ਫੇਮਾ ਦੇ ਫੋਰਨ ਐਕਸਚੇਂਜ ਦੇ ਤਹਿਤ ਉਹਨਾਂ ਦੇ ਤਹਿਤ ਪੁੱਛਗਿੱਛ ਕੀਤੀ ਹੈ ਤੇ ਵਿਦੇਸ਼ੀ ਜਾਇਦਾਦ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਜੀ, ਹੁਣ ਇਸ ਨੂੰ ਜਿਵੇਂ ਮਰਜ਼ੀ ਆਖ ਲਓ ਜੀ, ਕਿ ਕੇਂਦਰ ਸਰਕਾਰ ਨੇ ਕੋਈ ਬਦਲਾ ਲਓ ਕਾਰਵਾਈ ਕੀਤੀ ਸੀ ਜੀ, ਜਾਂ ਕੋਈ ਹਮਦਰਦੀ ਸੀ, ਪਰ ਇਹ ਜੋ ਮੰਨਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਥੋੜੀ ਬਹੁਤੀ ਸਾਂਝ ਜਾਂ ਨਰਮਾਈ ਰੱਖਦੇ ਸਨ ਜੀ, ਤੇ ਉਹਨਾਂ ਨੂੰ ਸਿੱਧੇ ਤੌਰ ਤੇ ਹੱਥ ਨਹੀਂ ਪਾ ਸਕੇ। ਪੰਜਾਬ ਦੀ ਇੱਕ ਅਖਬਾਰ ਨੇ ਅੱਜ ਇਹ ਲਿਖਿਆ ਜੀ, ਕਿ ਉਹ ਨਰਮਾਈ ਵਗੈਰਾ ਕੁਝ ਨਹੀਂ ਸੀ, ਉਹ ਕੇਂਦਰ ਨੇ ਇੰਨੀ ਜਗ੍ਹਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਜਕੜਿਆ ਹੋਇਆ ਸੀ ਕਿ ਉਹ ਅਕਾਲੀਆਂ ਖਿਲਾਫ ਕੋਈ ਕਾਰਵਾਈ ਕਰ ਹੀ ਨਹੀਂ ਸਕਦੇ ਸਨ। ਜੀ, ਸੋ ਇਹ ਗੱਲਾਂ ਵੀ ਬਰਾਬਰ ਖੜਦੀਆਂ ਨੇ। ਜੀ, 52 ਵਿਧਾਇਕ ਜੋੜਨ ਦੀ ਜਿਹੜੀ ਕਵਾਇਦ ਉਹਨਾਂ ਨੇ ਸ਼ੁਰੂ ਕੀਤੀ ਸੀ ਰਾਤ ਦੇ ਖਾਣੇ ਤੇ, ਜੀ, ਉਹ ਵੀ ਕਾਮਯਾਬ ਨਾ ਹੋਈ ਤੇ ਹੁਣ ਕੈਪਟਨ ਦੁਆਰਾ ਅਮਿਤ ਸ਼ਾਹ ਨੂੰ ਮਿਲਣਾ ਇਹ ਖੇਤੀ ਕਾਨੂੰਨਾਂ ਦੀ ਜਾਂ ਹੋਰ ਗੱਲਾਂ ਬਾਅਦ ਵਿੱਚ ਹੈ, ਬਾਕੀ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਜਬੂਰੀ ਸੀ। ਜੀ। ਸੋ ਕੈਪਟਨ ਸਾਹਿਬ ਤਾਂ ਮਜਬੂਰੀ ਵਸ ਦਿੱਲੀ ਗਏ ਤੇ ਉਹਨਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਕਾਫੀ ਕੁਝ ਜਿਹੜਾ ਉਹ ਕਰ ਰਹੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ, ਪਰ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਸ ਤੋਂ ਖੁਸ਼ ਨਹੀਂ। ਉਹ ਕਿਉਂ ਖੁਸ਼ ਨਹੀਂ, ਇਹ ਜਾਣਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਕੁਲਦੀਪ ਜੀ, ਗੱਲ ਚੱਲ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਕਿ ਉਹ ਦਿੱਲੀ ਗਏ ਨੇ ਤੇ ਉਹਨਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਜਿਹੜੇ ਖੇਤੀ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਵਾਉਣ ਦੀ ਗੱਲ ਕਰ ਰਹੇ ਨੇ, ਜਦਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਮੁੱਖ ਮੰਤਰੀ ਸੀ ਉਦੋਂ ਤਾਂ ਉਹਨਾਂ ਨੇ ਕੋਈ ਕਦਮ ਨਹੀਂ ਚੁੱਕਿਆ ਤੇ ਹੁਣ ਉਹਨਾਂ ਕੋਲ ਤਾਕਤ ਜ਼ਿਆਦਾ ਹੋ ਗਈ ਹੈ। ਉਹਨਾਂ ਨੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਸਾਡੀ ਕਿਸਾਨ ਜਥੇਬੰਦੀਆਂ ਉਹਦੇ ਤੋਂ ਨਾ ਖੁਸ਼ ਨੇ। ਉਹਨਾਂ ਨੇ ਕੁਝ ਬਿਆਨ ਜਾਰੀ ਕੀਤੇ ਨੇ, ਕੀ ਕਹਿਣਾ ਚਾਹੋਗੇ? ਜੀ, ਕੈਪਟਨ ਅਮਰਿੰਦਰ ਸਿੰਘ ਨੇ ਵਕਾਲਤ ਕੀਤੀ ਹੈ ਜੀ ਕਿ ਜੀ ਖੇਤੀ ਕਾਨੂੰਨ ਵਾਪਸ ਲਓ। ਬਿਲਕੁਲ। ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਇੱਕ ਵਾਰੀ, ਪਰ ਇੱਕ ਖਾਸ ਗੱਲ ਹੈ, ਜੀ, ਭਾਜਪਾ ਖਿਲਾਫ ਉਹਨਾਂ ਨੇ ਬਹੁਤ ਚੁਣ ਕੇ ਪਿਛਲੇ ਲੰਬੇ ਸਮੇਂ ਤੋਂ ਕੋਈ ਲਫ਼ਜ਼ ਨਹੀਂ ਵਰਤਿਆ। ਬਿਲਕੁਲ। ਖੇਤੀ ਕਾਨੂੰਨਾਂ ਦੀ ਗੱਲ ਉਹ ਕਰਦੇ ਰਹੇ ਨੇ, ਪਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਖਿਲਾਫ ਕਦੇ ਉਹ ਕੁਝ ਨਹੀਂ ਬੋਲੇ। ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਕੀਤੀ ਨੂੰ। ਜੀ, ਕਿਸਾਨ ਇਸ ਨੂੰ ਕਿਵੇਂ ਲੈਂਦੇ ਨੇ? ਇਹ ਤੇ ਚਲੋ ਕਿਸਾਨ ਆਗੂ ਬੋਲ ਪਏ ਨੇ, ਜੀ, ਪਰ ਇਹਦਾ ਇੱਕ ਹੋਰ ਪੱਖ ਵੀ ਹੈ। ਜੀ, ਜੇ ਇੰਨੇ ਸੌਖੇ ਵਾਪਸ ਹੋਣੇ ਸੀ ਕਾਨੂੰਨ ਤਾਂ ਫਿਰ 600 ਕਿਸਾਨਾਂ ਜਿਨ੍ਹਾਂ ਦੀਆਂ ਜਾਨਾਂ ਗਈਆਂ, 600 ਤੋਂ ਵੱਧ ਕਿਸਾਨਾਂ ਦੀਆਂ, ਤੇ ਅੱਜ ਸਾਲ ਤੋਂ ਵੱਧ ਹੋ ਗਿਆ ਸਾਨੂੰ ਪੰਜਾਬ ਦੀਆਂ ਸੜਕਾਂ ਤੇ ਬੈਠਿਆਂ ਹੋਇਆਂ ਨੂੰ। ਫਿਰ ਇੰਨੇ ਰਿਸੋਰਸਿਸ, ਇੰਨਾ ਪੈਸਾ, ਇੰਨਾ ਨੁਕਸਾਨ, ਇੰਨੀ ਖੱਪ ਪਾਉਣ ਦੀ ਲੋੜ ਕੀ ਸੀ? ਜੇ ਇਹ ਇੱਕ ਰਾਜਨੀਤਿਕ ਦਾਅ ਪੇਚ ਹੀ ਸੀ ਤੇ ਫਿਰ ਇੰਨਾ ਕੁਝ ਕਰਨ ਦੀ ਲੋੜ ਨਹੀਂ ਸੀ। ਇੰਨਾ ਸੌਖਾ ਹੋਣਾ ਨਹੀਂ ਚਾਹੀਦਾ। ਰਕੇਸ਼ ਟਕੈਤ ਰਾਜਨੀਤੀ ਦੀ ਚਾਹਤ ਵੀ ਰੱਖਦੇ ਨੇ, ਪਰ ਬਿਆਨ ਵੀ ਕਈ ਵਾਰੀ ਬੜੇ ਇੰਟਰਸਟਿੰਗ ਦਿੰਦੇ ਨੇ। ਬਿਲਕੁਲ। ਉਹ ਕਹਿੰਦੇ ਚਾਹੇ ਨਰਿੰਦਰ ਹੋਵੇ ਚਾਹੇ ਅਮਰਿੰਦਰ ਹੋਵੇ, ਅਮਰਿੰਦਰ ਨਹੀਂ ਅਮਰਿੰਦਰ ਜਿਵੇਂ ਬੋਲਦੇ ਨੇ, ਬਿਲਕੁਲ, ਅਸੀਂ ਸਾਨੂੰ ਤੇ ਕਾਨੂੰਨ ਸਾਡੇ ਵਾਪਸ ਕਰਵਾ ਦਿਓ ਜਿਵੇਂ ਵੀ ਹਨ, ਤੇ ਸਾਨੂੰ ਕੋਈ ਗੱਲ ਨਹੀਂ ਇਹੋ ਜਿਹੀ। ਹੁਣ ਜਦੋਂ ਨਰਿੰਦਰ ਕਹਿੰਦੇ ਨੇ ਤੇ ਤੋਮਰ ਵੀ ਨੇ ਤੇ ਨਰਿੰਦਰ ਮੋਦੀ ਵੀ ਨੇ ਤੇ ਇੱਧਰ ਅਮਰਿੰਦਰ ਸਿੰਘ ਨੇ। ਬਿਲਕੁਲ। ਕਹਿੰਦੇ ਜੀ ਸਾਡੀ ਗੱਲਬਾਤ ਹੋਣੀ ਚਾਹੀਦੀ ਹੈ ਤੇ ਗੱਲਬਾਤ ਦੇ ਜ਼ਰੀਏ ਇਹ ਕੋਈ ਨਿਬੜ ਜਾਂਦੀ ਗੱਲ ਜੀ, ਤੇ ਵਾਪਸ ਕਰਵਾਉਣੇ ਨੇ ਅਸੀਂ ਕਾਨੂੰਨ ਤੇ MSP ਦੀ ਲੈਣੀ ਹੈ ਗਰੰਟੀ। ਬਿਲਕੁਲ। ਪਰ ਇੱਕ ਗੱਲ ਕਲੀਅਰ ਕਰੀ ਜਾਂਦੇ ਨੇ ਸਾਰੇ ਕਿਸਾਨ ਆਗੂ ਕਿ ਸ਼ਰਤਾਂ ਦੇ ਤਹਿਤ ਕੁਝ ਨਹੀਂ ਹੋਵੇਗਾ।
ਜਿਹੜੀ ਪਹਿਲੀ ਵਾਰੀ ਇਹਨਾਂ ਦੀ ਵਿਗਿਆਨ ਭਵਨ 'ਚ ਮੀਟਿੰਗਾਂ ਹੋਈਆਂ ਕਿ ਯੈਸ ਔਰ ਨੋ, ਜੀ ਉੱਥੇ ਹੀ ਗੱਲ ਹੋਵੇਗੀ, ਜਾਂ ਵਾਪਸ ਤੇ ਜਾਂ ਨਹੀਂ ਵਾਪਸ, ਜੀ ਵਿੱਚ ਵਿਚਾਲੇ ਵਾਲੀ ਗੱਲ ਕੋਈ ਹੋਣੀ ਨਹੀਂ। ਜੀ ਸੋ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੀ ਕੋ ਚਾਲ ਚੱਲੀ ਹੈ, ਜੀ ਕਿਸਾਨਾਂ ਨੂੰ ਇਸ ਤੋਂ ਕੋਈ ਬਹੁਤੀ ਉਮੀਦ ਅਜੇ ਜਾਗੀ ਨਹੀਂ, ਬਿਲਕੁਲ ਤੇ ਨਾ ਹੀ ਇਹ ਕੋਈ ਖਬਰਾਂ ਇਹੋ ਜਿਹੀਆਂ ਜਿਹੜੀਆਂ ਅਣਅਧਿਕਾਰਤ ਖਬਰਾਂ ਨੇ ਕਿ ਪੰਜਾਬ ਦੇ ਕੁਝ ਕਿਸਾਨ ਆਗੂਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕੋਂਦਰ ਖਾਤੇ ਮੁਲਾਕਾਤ ਹੋਈ ਹੈ। ਜੀ ਪਰ ਕਿਸਾਨ ਆਗੂ ਜਿਨ੍ਹਾਂ ਨਾਲ ਸਾਡੀ ਮਾੜੀ ਮੋਟੀ ਗੱਲਬਾਤ ਹੁੰਦੀ ਰਹਿੰਦੀ ਹੈ, ਜੀ ਉਹ ਇਹ ਕਹਿੰਦੇ ਨੇ ਕਿ ਕਾਨੂੰਨ ਵਾਪਸ ਹੋ ਜਾਣ, ਚਾਹੇ ਕੋਈ ਕਰਵਾ ਦੇਵੇ, ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ। ਬਿਲਕੁਲ ਪਰ ਇਹ ਇੰਨਾ ਕੁਝ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਜੀ ਕਿ 600 ਕਿਸਾਨਾਂ ਤੋਂ ਵੱਧ ਕਿਸਾਨਾਂ ਦੀ ਜਾਨਾਂ ਗਈਆਂ ਨੇ, ਜੀ ਤੇ ਖਰਚੇ ਦਾ ਹਿਸਾਬ ਕਿਤਾਬ ਕੌਣ ਦੇਵੇਗਾ? ਜੀ ਜੀ ਕੁਲਦੀਪ ਜੀ, ਜੇ ਅਸੀਂ ਗੱਲ ਕਰੀਏ ਕਿ ਖੇਤੀ ਕਾਨੂੰਨ ਹੈ ਜਿਹੜੇ 3, ਉਹਨਾਂ ਨੂੰ ਤਾਂ ਵਾਪਸ ਕਰਾਉਣ ਲਈ ਅਜੇ 1 ਸਾਲ ਤੋਂ ਜਦੋਂ ਜਦ ਚੱਲ ਹੀ ਰਹੀ ਹੈ, ਤੇ ਹੁਣ ਜਿਹੜੀ ਝੋਨੇ ਦੀ ਖਰੀਦ ਹੈ ਸਰਕਾਰ ਵੱਲੋਂ ਕੀਤੀ ਜਾਣੀ ਹੈ, ਉਹਦੇ ਵਿੱਚ ਵੀ ਸਰਕਾਰ ਡਿਲੇ ਕਰ ਰਹੀ ਹੈ ਕਿ ਕਦੀ ਮੌਸਮ ਦਾ, ਕਦੀ ਕੁਝ ਕਹਿ ਕੇ, ਤੇ 10 ਦਿਨਾਂ ਲਈ ਖਰੀਦ ਅੱਗੇ ਪਾ ਦਿੱਤੀ ਗਈ ਹੈ। ਜਿਹੜਾ ਕਿਸਾਨ ਮੰਡੀਆਂ ਵਿੱਚ ਆਪਣੇ ਝੋਨੇ ਨੂੰ ਲੈ ਕੇ ਬੈਠਾ, ਆਪਣੀ ਫਸਲ ਨੂੰ ਲੈ ਕੇ ਬੈਠਾ, ਆਖਿਰ ਉਹਦੇ ਤੇ ਕੀ ਬੀਤੇਗੀ? ਦੇਖੋ ਗੱਲ ਹੈ ਜੀ, ਇਹਦੇ ਨਾਲ ਨੁਕਸਾਨ ਨੇ 2-3। ਜੀ ਮਾੜੇ ਮੌਸਮ ਦਾ ਹਵਾਲਾ ਦੇ ਕੇ ਜੀ ਇਹ ਗੱਲ ਕੀਤੀ ਜਾ ਰਹੀ ਹੈ। ਜੀ ਝੋਨੇ ਦੀ ਖਰੀਦ ਦੇ ਵਿੱਚ 2 ਫੈਕਟਰ ਬੜੇ ਹੁੰਦੇ ਨੇ, ਖਾਸ ਹੁੰਦੇ ਨੇ। ਬਿਲਕੁਲ ਇੱਕ ਤਾਂ ਨਮੀ ਹੁੰਦੀ ਹੈ ਜੀ ਕਿ ਨਮੀ ਦੀ ਮਾਤਰਾ ਜਿਹੜੀ ਇੱਕ ਸਰਟਨ ਲੈਵਲ ਤੱਕ ਹੋਵੇ, ਬਿਲਕੁਲ, ਤੇ ਉਸ ਤੋਂ ਬਾਅਦ ਜਿਹਦੇ ਵਿੱਚ ਨਮੀ ਉਹ ਖਰੀਦਿਆ ਨਹੀਂ ਜਾਵੇਗਾ। ਜੀ ਫਿਰ ਕਿਸਾਨਾਂ ਨੂੰ ਇੰਸਟਰਕਸ਼ਨਾਂ ਹੁੰਦੀਆਂ ਨੇ ਬਿਲਕੁਲ ਕਿ ਝੋਨੇ ਦੀ ਕਟਾਈ ਜਿਹੜੀ ਆ ਦਿਨ ਵੇਲੇ ਇਸ ਸਮੇਂ ਤੇ ਕੀਤੀ ਜਾਵੇ, ਜਦੋਂ ਤਰੇਲ ਪਈ ਆ, ਉਸ ਪਈ ਹੈ, ਜੀ ਤੇ ਉਦੋਂ ਨਾ ਕੀਤੀ ਜਾਵੇ ਕਿ ਨਮੀ ਵੱਧ ਆਉਂਦੀ ਹੈ। ਜੀ ਕਿਸਾਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ, ਕਿਸਾਨਾਂ ਨੇ ਲੋਨ ਲਏ ਹੋਏ ਨੇ। 30 ਸਤੰਬਰ ਨੂੰ ਬਹੁਤੇ ਕਿਸਾਨਾਂ ਦੀਆਂ ਲਿਮਟਾਂ ਤੇ ਵਿਆਜ ਪੈ ਜਾਂਦਾ ਹੈ, ਜੀ ਤੇ ਉਹਨਾਂ ਨੂੰ ਉਹਦਾ ਵੀ ਫਿਕਰ ਹੁੰਦਾ ਹੈ, ਬਿਲਕੁਲ ਤੇ ਇੱਕ ਆਸ ਹੁੰਦੀ ਹੈ ਕਿ 1 ਅਕਤੂਬਰ ਤੋਂ ਝੋਨਾ ਮੰਡੀਆਂ ਵਿੱਚ ਲੈ ਕੇ ਜਾਵਾਂਗੇ, ਜੀ ਤੇ ਕੁਝ ਘਰ ਨੂੰ ਵੀ ਲਿਆਵਾਂਗੇ, ਕਿਸੇ ਦੇ ਕੋਈ ਮੋੜਾਂਗੇ, ਕੋਈ ਦੇਵਾਂਗੇ, ਤੇ ਕੰਮ ਚੱਲੇਗਾ। ਖੇਤ ਖਾਲੀ ਕਰਨੇ ਨੇ, ਬਿਲਕੁਲ ਅਗਲੀ ਫਸਲ ਬੀਜਣੀ ਹੈ। ਜੀ ਹੁਣ ਦੇਖੋ, ਸਰਕਾਰ ਇੱਕ ਪਾਸੇ ਤੇ ਕਹਿ ਰਹੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ ਤੇ ਵਿੱਚ ਖਪਾਓ, ਬਿਲਕੁਲ ਤੇ ਕਿਸ ਤਰ੍ਹਾਂ ਹੋਵੇਗਾ ਇਹ ਸਾਰਾ ਕੰਮ? ਜੀ ਜੇ ਸਮਾਂ ਹੀ ਤੁਸੀਂ ਘਟਾ ਰਹੇ ਹੋ ਕਟਾਈ ਦਾ ਤੇ ਖਰੀਦ ਦਾ, ਤੇ ਉਸ ਛੋਟੇ ਟਾਈਮ ਫਰੇਮ ਦੇ ਵਿੱਚ ਕਿਸਾਨਾਂ ਨੂੰ ਸਕੁਈਜ਼ ਕਰ ਰਹੇ ਹੋ। ਜੇ ਮੌਸਮ ਖਰਾਬ ਦਾ ਅੱਜ ਹਵਾਲਾ ਦਿੱਤਾ ਜਾ ਰਿਹਾ ਹੈ, ਤੇ ਇੰਨੀਆਂ ਵੱਡੀਆਂ ਛੱਡਾਂ ਮੰਡੀਆਂ ਦੇ ਵਿੱਚ ਇੰਨੇ ਸਾਲਾਂ ਤੋਂ ਤੁਸੀਂ ਇੰਨੀਆਂ ਵਿਕਸਿਤ ਨਹੀਂ ਕਰ ਸਕੇ। ਬਿਲਕੁਲ ਛੱਡਾਂ ਅੱਜ ਵੀ ਮੌਜੂਦ ਹਨ, ਸਿਸਟਮ ਹੈ, ਮੌਸਮ ਖਰਾਬ ਦਾ ਇਲਾਜ ਹੈ। ਜੇ ਮੌਸਮ ਖਰਾਬ ਹੋ ਜਾਂਦਾ ਹੈ ਤਾਂ ਉਹਦੇ 100 ਇਲਾਜ ਨੇ। ਨੀਅਤ ਖਰਾਬ ਦਾ ਇਲਾਜ ਨਹੀਂ। ਨੀਅਤ ਖਰਾਬ ਦਾ ਇਲਾਜ ਕੋਈ ਨਹੀਂ। ਬਿਲਕੁਲ ਇਹ ਨੀਅਤ ਖਰਾਬ ਹੈ ਇੱਥੇ, ਜੀ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਦੀ ਗੱਲ ਹੈ। ਇਹ ਜਿੰਨੀ ਖਰੀਦ ਲੰਬੀ ਚੱਲੇਗੀ, ਅੱਗੇ ਸਿਆਲ ਆ ਰਿਹਾ, ਨਵੀਂ ਹਵਾ 'ਚ ਵਧੇਗੀ, ਕਿਸਾਨ ਛੇਤੀ ਖੇਤ ਤਿਆਰ ਕਰਨ ਵਾਸਤੇ ਪਰਾਲੀ ਨੂੰ ਅੱਗ ਵੀ ਲਾਉਣਗੇ, ਸਾਰੀਆਂ ਸਮੱਸਿਆਵਾਂ ਬਦਲਣਗੀਆਂ। ਇਹ ਕਿਸਾਨ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ, ਹੋਰ ਕੁਝ ਨਹੀਂ। ਅਜੇ ਖੱਜਲ ਹੋਣਗੇ ਕਿਸਾਨ ਜਿੰਨੀ ਦੇਰ ਤੱਕ ਸਰਕਾਰ ਮੰਨਦੀ ਨਹੀਂ ਹੈ ਕਿ ਕਾਨੂੰਨ ਵਾਪਸ ਹੁੰਦੇ ਹੀ ਨਹੀਂ। ਜੀ ਕੁਲਦੀਪ ਜੀ, ਝੋਨੇ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਬਿਲਕੁਲ ਜਾਇਜ਼ ਹੈ, ਕਿਉਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਹਿਲਾਂ ਹੀ ਦਿੱਲੀ ਰੁਲ ਰਹੇ ਨੇ, ਤੇ ਹੁਣ ਝੋਨੇ ਵਾਸਤੇ ਉਹਨਾਂ ਵਾਸਤੇ ਨਵੇਂ ਆਰਡਰ ਆ ਗਏ ਨੇ, ਜਿਨ੍ਹਾਂ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਨੇ। ਸੋ ਕੁਲਦੀਪ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਸੀ ਸਾਡਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।